ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ। ਤੇ ਅੱਜ ਆਪਾਂ ਇੱਕ ਬਹੁਤ ਵਧੀਆ ਸਬਜੈਕਟ ਸ਼ੁਰੂ ਕਰਾਂਗੇ, ਬਹੁਤ ਹੀ ਨੌਲੇਜੇਬਲ, ਬਹੁਤ ਹੀ ਘੈਂਟ ਸਬਜੈਕਟ ਆਪਣਾ ਹੈਗਾ ਅੱਜ ਦਾ ਸਾਇੰਸ ਐਂਡ ਟੈਕਨੋਲੋਜੀ। ਠੀਕ ਹੈ, ਇਹ ਆਉਣ ਵਾਲੇ ਸਾਰੇ ਪੇਪਰ ਜਿਵੇਂ ਆਪਣੇ ਪੰਜਾਬ ਪੁਲਿਸ ਦੇ ਹੋ ਗਏ ਨਾ, ਸਬ ਇੰਸਪੈਕਟਰ, ਕਨਸਟੇਬਲ, ਸਾਰਿਆਂ ਦੇ ਸਿਲੇਬਸ ਦੇ ਵਿੱਚ ਇਹ ਮੈਂਸ਼ਨ ਹੈਗਾ ਸਾਇੰਸ ਐਂਡ ਟੈਕਨੋਲੋਜੀ। ਠੀਕ ਹੈ, ਤੇ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜਿੰਨੀ ਵੀ ਅਕੈਡਮੀ ਹੈਗੀਆਂ, ਚੈਨਲ ਹੈ ਜਿਹੜੇ ਵੀ ਹੈਗੇ ਆ, ਤਾਂ ਸਾਇੰਸ ਐਂਡ ਟੈਕਨੋਲੋਜੀ ਦਾ ਪ੍ਰੋਪਰ ਡਾਟਾ ਸਟੂਡੈਂਟਸ ਕੋਲ ਨਹੀਂ ਪਹੁੰਚ ਰਿਹਾ। ਠੀਕ ਹੈ, ਤਾਂ ਸਾਡੀ ਰਿਸਪੌਂਸਿਬਿਲਿਟੀ ਹੈ ਪ੍ਰਤਾਪ ਅਕੈਡਮੀ ਦੀ, ਫਿਰ ਆਪਾਂ ਕਰਾਂਗੇ ਕੋਸ਼ਿਸ਼ ਬਈ ਤੁਹਾਨੂੰ ਸਾਇੰਸ ਐਂਡ ਟੈਕਨੋਲੋਜੀ ਦੇ ਸਾਰੇ ਟੌਪਿਕ ਤੇ ਸਾਰੇ ਕੁਐਸਚਨ ਜਿੰਨੇ ਪੇਪਰਾਂ 'ਚ ਆ ਸਕਦੇ ਹਨ ਆਪਾਂ ਆਪਣੇ ਵੱਲੋਂ ਕਰਾਵਾਂਗੇ, ਬਿਲਕੁਲ ਸਿੰਪਲ ਤਰੀਕੇ ਦੇ ਨਾਲ। ਠੀਕ ਹੈ, ਫ੍ਰੀ ਆਫ ਕਾਸਟ ਹੀ ਕਰਾਵਾਂਗੇ, ਟੈਨਸ਼ਨ ਨਾ ਲਓ। ਠੀਕ ਹੈ, ਤੇ ਸਭ ਤੋਂ ਬਸ ਮੇਨ ਗੱਲ ਕੀ ਹੈ, ਸਪੋਰਟ, ਤੁਹਾਡੀ ਸਪੋਰਟ ਦੀ ਲੋੜ ਹੈ, ਤਾਂ ਵੀਡੀਓ ਨੂੰ ਸ਼ੇਅਰ ਕਰਨਾ ਹੈ। ਠੀਕ ਹੈ, ਬਸ ਬਾਕੀ ਹੋਰ ਕੁਝ ਨਹੀਂ ਚਾਹੀਦਾ ਆਪਾਂ ਨੂੰ, ਤੁਹਾਨੂੰ ਪਤਾ ਹੀ ਹੈ। ਤਾਂ ਵੀ ਬਿਲਕੁਲ ਸਿੰਪਲ ਭਾਸ਼ਾ ਦੇ ਵਿੱਚ ਹੋਏਗਾ, ਆਪਣੇ ਵੱਲੋਂ ਜਿੰਨਾ ਆਸਾਨ ਹੋ ਸਕਦਾ ਮੈਂ ਉਨਾ ਆਸਾਨ ਤੁਹਾਨੂੰ ਸਾਇੰਸ ਐਂਡ ਟੈਕਨੋਲੋਜੀ ਕਰਾਂ। ਬਹੁਤ ਜੇ ਸਟੂਡੈਂਟ ਇਸ ਸਬਜੈਕਟ ਨੂੰ ਇਗਨੋਰ ਕਰਕੇ ਹੀ ਚੱਲਦੇ ਆ, ਪਤਾ ਨਹੀਂ ਕਿਉਂ। ਠੀਕ ਹੈ, ਜਾਂ ਤਾਂ ਉਹਨਾਂ ਕੋਲ ਡਾਟੇ ਦੀ ਘਾਟ ਹੈ ਕਿ ਉਹਨਾਂ ਕੋਲ ਡਾਟਾ ਜਾਂ ਨੋਟਸ ਪ੍ਰੋਪਰ ਨਹੀਂ ਹੁੰਦੇ ਸਾਇੰਸ ਐਂਡ ਟੈਕਨੋਲੋਜੀ ਦੇ, ਜਾਂ ਉਹਨਾਂ ਨੂੰ ਪਤਾ ਹੀ ਨਹੀਂ ਕਿਹੜੀ ਚੀਜ਼ ਪੜ੍ਹਨੀ ਹੈ ਕਿਹੜੀ ਛੱਡਣੀ ਹੈ, ਤੇ ਨਾ ਹੀ ਕੋਈ ਪ੍ਰੋਪਰ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਨਹੀਂ ਕਰਾ ਰਹੇ। ਠੀਕ ਹੈ ਨਾ, ਤਾਂ ਆਪਾਂ ਜ਼ਰੂਰ ਕਰਾਵਾਂਗੇ ਬਈ ਸਾਇੰਸ ਐਂਡ ਟੈਕਨੋਲੋਜੀ, ਬਸ ਤੁਸੀਂ ਪੜ੍ਹਨੇ ਵਾਲੇ ਹੋਣੇ ਚਾਹੀਦੇ ਆ, ਆਪਾਂ ਸਾਰਾ ਕਵਰ ਕਰਾਵਾਂਗੇ ਸਾਇੰਸ ਐਂਡ ਟੈਕਨੋਲੋਜੀ ਦਾ। ਓਕੇ, ਅੱਜ ਪਹਿਲੀ ਕਲਾਸ ਹੈ, ਕਲਾਸ ਨੂੰ ਦੱਬ ਕੇ ਸ਼ੇਅਰ ਕਰਨਾ ਹੈ ਆਪਣੇ ਸਾਰੇ ਸਟੂਡੈਂਟਸ ਦੇ ਨਾਲ, ਇਹ ਤੁਹਾਡੀ ਰਿਸਪੌਂਸਿਬਿਲਿਟੀ ਹੈ। ਠੀਕ ਹੈ, ਤੇ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਨਾ ਬੇਸਿਕਲੀ ਇੱਕ ਤਾਂ ਕਰੰਟ ਦੇ ਕੁਐਸਚਨ ਆਉਂਦੇ ਆ, ਮੰਨ ਲਓ ਜੇ ਤੁਹਾਡੇ ਕੋਲ 2 ਜਾਂ 3 ਕੁਐਸਚਨ ਆਣੇ ਆ, ਠੀਕ ਹੈ, ਤਾਂ ਉਹਦੇ ਚ ਨੋ ਡਾਊਟ ਸਟੈਟਿਕ ਦਾ ਇੱਕ ਕੁਐਸਚਨ ਹੋਏਗਾ, ਬਾਕੀ ਸਾਰੇ ਕਰੰਟ ਦੇ ਹੀ ਹੋਣਗੇ। ਠੀਕ ਹੈ, ਪਰ ਕਰੰਟ ਵੀ ਸਾਇੰਸ ਐਂਡ ਟੈਕਨੋਲੋਜੀ ਦਾ ਤੁਸੀਂ ਜਦੇ ਪੜ੍ਹ ਕੇ ਸਮਝ ਸਕਦੇ ਹੋ ਜੇ ਤੁਸੀਂ ਸਾਇੰਸ ਐਂਡ ਟੈਕਨੋਲੋਜੀ ਦਾ ਬੇਸ ਤੁਹਾਨੂੰ ਪਤਾ ਹੈ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਹੁੰਦਾ ਕੀ ਹੈ। ਨਹੀਂ ਤਾਂ ਫਿਰ ਕਰੰਟ ਅਫੇਅਰ ਦਾ ਰੱਟਾ ਮਾਰਨ ਵਾਲੀ ਗੱਲ ਹੈ, ਤੇ ਜਦੋਂ ਕੁਐਸਚਨ ਫਿਰ ਘੁਮਾ ਕੇ ਆ ਜਾਂਦਾ ਫਿਰ ਆਪਾਂ ਨੂੰ ਹੱਥ ਖੜੇ ਹੋ ਜਾਂਦੇ ਕਿ ਸਰ ਪਤਾ ਨਹੀਂ ਕੀ ਹੋਇਆ। ਠੀਕ ਹੈ ਨਾ, ਤਾਂ ਸਾਇੰਸ ਐਂਡ ਟੈਕਨੋਲੋਜੀ ਮੈਂ ਦੋਨਾਂ ਨੂੰ ਤੁਹਾਨੂੰ ਕੰਬਾਈਨ ਕਰਕੇ ਪੜ੍ਹਾਉਂਗਾ, ਕਰੰਟ ਅਫੇਅਰ ਵੀ ਤੇ ਨਾਲ ਦੀ ਨਾਲ ਸਟੈਟਿਕ ਵੀ। ਠੀਕ ਹੈ ਨਾ, ਤੇ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਮੇਨਲੀ ਆਪਾਂ ਕੀ ਪੜਾਂਗੇ, ਮੇਨਲੀ ਆਪਾਂ ਸਪੇਸ ਟੈਕਨੋਲੋਜੀ ਦੇ ਉੱਤੇ ਕੁਐਸਚਨ ਆਉਂਦਾ ਉਹ ਪੜਾਂਗੇ, ਡਿਫੈਂਸ ਟੈਕਨੋਲੋਜੀ ਦੇ ਉੱਤੇ ਕੁਐਸਚਨ ਆਉਂਦੇ ਆ ਉਹ ਵੀ ਵਿੱਚ ਪੜ੍ਹ ਲਾਂਗੇ ਆਪਾਂ। ਕਰੰਟ ਦੇ ਵਿੱਚ ਕੁਝ ਚੇਂਜਸ ਹੋ ਰਹੇ ਹੈ, ਕੁਝ ਨਵੀਂ ਚੀਜ਼ਾਂ ਆ ਰਹੀਆਂ, ਨਵੀਂ ਟੈਕਨੋਲੋਜੀ ਆ ਰਹੀ ਹੈ, ਉਹ ਪੜਾਂਗੇ। ਇਨਫੋਰਮੇਸ਼ਨ ਟੈਕਨੋਲੋਜੀ ਪੜਾਂਗੇ। ਤਾਂ ਵੈਸੇ ਤਾਂ ਇਹ ਦੇਖੋ ਇਸ ਟੌਪਿਕ ਦੀ ਕੋਈ ਲਿਮਿਟ ਨਹੀਂ ਹੈਗੀ, ਸਾਇੰਸ ਐਂਡ ਟੈਕਨੋਲੋਜੀ ਦੀ ਕੋਈ ਲਿਮਿਟ ਨਹੀਂ ਹੈ। ਠੀਕ ਹੈ, ਪਰ ਫਿਰ ਵੀ ਇਹਨਾਂ ਟੌਪਿਕਾਂ ਦੇ ਉੱਤੇ ਕੁਐਸਚਨ ਜ਼ਿਆਦਾ ਆਉਂਦਾ ਹੈ। ਸਪੇਸ, ਹਾਲਾਂਕਿ ਸਪੇਸ ਟੈਕਨੋਲੋਜੀ, ਇਕੱਲੀ ਸਪੇਸ ਟੈਕਨੋਲੋਜੀ ਦੀ 3 ਘੰਟੇ ਦੀ ਕਲਾਸ ਹੈ, YouTube ਦੇ ਉੱਤੇ ਕਰਾਈ ਹੋਈ ਹੈ। ਜੇ ਤੁਹਾਡਾ ਇੰਟਰਸਟ ਹੈ ਸਪੇਸ ਟੈਕਨੋਲੋਜੀ ਦੇ ਵਿੱਚ, ਫ੍ਰੀ ਆਫ ਕੋਸਟ ਤੁਹਾਨੂੰ ਮਿਲ ਜੂਗੀ ਸਪੇਸ ਟੈਕਨੋਲੋਜੀ ਬਾਈ ਪ੍ਰਤਾਪ ਅਕੈਡਮੀ ਜਾਂ ਅੰਕਿਤ ਸਿੰਘ ਰਾਣਾ ਲਿਖ ਕੇ ਸਰਚ ਕਰਿਓ। 3 ਘੰਟੇ ਦੀ ਕਲਾਸ ਹੈ, ਕੱਲੀ ਚੀਜ਼ ਬਹੁਤ ਵਧੀਆ ਤਰੀਕੇ ਨਾਲ ਥਿਓਰੀ ਵਾਈਜ਼ ਕਰਾਈ ਹੋਈ ਹੈ ਸਪੇਸ ਐਂਡ ਟੈਕਨੋਲੋਜੀ, ਉਹ ਜ਼ਰੂਰ ਕਰ ਲਿਓ ਜੇ ਕਰਨ ਦੀ ਇੱਛਾ ਹੈ। ਬਾਕੀ ਆਪਾਂ ਹੁਣ ਇੱਥੇ ਥਿਓਰੀ MCQ ਨਾਲ ਦੀ ਨਾਲ ਲੈ ਕੇ ਚੱਲਾਂਗੇ। ਸਪੇਸ ਟੈਕਨੋਲੋਜੀ ਤੋਂ ਬਾਅਦ ਡਿਫੈਂਸ ਟੈਕਨੋਲੋਜੀ ਤੇ ਇਨਫੋਰਮੇਸ਼ਨ ਟੈਕਨੋਲੋਜੀ, ਇਸ ਤੋਂ ਇਲਾਵਾ ਕਰੰਟ ਅਫੇਅਰ। ਬਸ ਮੇਰਾ ਫੋਕਸ ਇਹਨਾਂ 4 ਚੀਜ਼ਾਂ ਤੇ ਰਹੇਗਾ, ਤੇ ਤੁਹਾਡੇ ਕੋਲ ਜੇ ਕੁਐਸਚਨ ਆਉਂਦਾ ਸਾਇੰਸ ਐਂਡ ਟੈਕਨੋਲੋਜੀ ਦਾ ਵਿੱਚ ਕਵਰ ਹੋ ਜਾਏਗਾ, ਟੈਨਸ਼ਨ ਨਾ ਲਿਓ। ਠੀਕ ਹੈ, ਸਪੇਸ ਟੈਕਨੋਲੋਜੀ, ਡਿਫੈਂਸ ਟੈਕਨੋਲੋਜੀ, ਇਨਫੋਰਮੇਸ਼ਨ ਟੈਕਨੋਲੋਜੀ, ਕਰੰਟ ਅਫੇਅਰ ਤੇ ਕੁਝ ਸਾਇੰਸ ਦੇ ਪੁਰਾਣੇ ਕੁਐਸਚਨ। ਠੀਕ ਹੈ ਨਾ, ਬਸ ਉਹ ਆਪਾਂ ਨਾਲ ਦੀ ਨਾਲ ਲੈ ਕੇ ਚੱਲਾਂਗੇ। ਇਸ ਤੋਂ ਇਲਾਵਾ ਸਾਇੰਸ ਦੇ ਕੁਐਸਚਨ ਵੀ ਮੈਂ ਸ਼ੁਰੂ ਕਰੂੰਗਾ, ਜਨਰਲ ਸਾਇੰਸ ਦੇ। ਜਨਰਲ ਸਾਇੰਸ ਅਲੱਗ ਹੈ, ਐਵਰੀਡੇ ਸਾਇੰਸ ਜਿਹਦੇ ਚ ਬਾਇਓਲੋਜੀ, ਕੈਮਿਸਟਰੀ, ਫਿਜ਼ਿਕਸ ਦੇ ਕੁਐਸਚਨ ਆਉਂਦੇ ਆ, ਉਹ ਅਲੱਗ ਹੈ। ਸਾਇੰਸ ਐਂਡ ਟੈਕਨੋਲੋਜੀ ਅਲੱਗ ਹੁੰਦੀ ਹੈ। ਠੀਕ ਹੈ ਨਾ, ਬੱਚੇ ਸਾਇੰਸ ਐਂਡ ਟੈਕਨੋਲੋਜੀ ਦੇ ਚੱਕਰ ਦੇ ਵਿੱਚ ਜਨਰਲ ਸਾਇੰਸ ਵੀ ਪੜ੍ਹੀ ਜਾਂਦੇ ਆ। ਹਾਲਾਂਕਿ ਜਨਰਲ ਸਾਇੰਸ ਚਲੋ ਵਧੀਆ, ਉਹ ਵੀ ਪੇਪਰ 'ਚ ਆਉਂਦੀ ਹੈ। ਕੱਲ ਪਟਵਾਰੀ ਦਾ ਪੇਪਰ ਹੋਇਆ, ਉਹਦੇ 'ਚ ਵੀ 2 ਕੁਐਸਚਨ ਆਏ ਹੋਏ ਸੀਗੇ ਸਾਇੰਸ ਤੋਂ। ਠੀਕ ਹੈ, ਤਾਂ ਬਈ ਆਪਣਾ ਸਟਾਰਟ ਕਰਦੇ ਹਾਂ ਆਪਾਂ। ਠੀਕ ਹੈ, ਗੱਲਾਂ ਬਹੁਤ ਹੋ ਗਈਆਂ ਬਸ। ਠੀਕ ਹੈ ਨਾ, ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ, ਲਾਈਕ ਕਰਨਾ, ਚੈਨਲ ਦੇ ਉੱਤੇ ਨਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ। ਹੁਣ ਆਪਾਂ ਆਪਣੀ ਕਲਾਸ ਸਟਾਰਟ ਕਰਦੇ ਹਾਂ ਬਸ। ਹਾਂਜੀ, ਭਾਰਤ ਦੀ ਪਹਿਲੀ ਸਵਦੇਸੀ ਐਂਟੀ ਰੇਡੀਏਸ਼ਨ ਮਿਸਾਈਲ ਦਾ ਨਾਮ ਦੱਸਣਾ ਕੀ ਹੈ। ਐਂਟੀ ਰੇਡੀਏਸ਼ਨ ਮਿਸਾਈਲ, ਪਹਿਲੀ ਗੱਲ ਸਵਦੇਸੀ ਹੁੰਦਾ ਜਿਹੜੀ ਆਪਾਂ ਨੇ ਆਪ ਬਣਾਈ ਹੈ। ਠੀਕ ਹੈ, ਯਾਨੀ ਇਸ ਤੋਂ ਪਹਿਲਾਂ ਆਪਣੇ ਕੋਲ ਸੀਗੀ ਐਂਟੀ ਰੇਡੀਏਸ਼ਨ, ਬਟ ਆਪਾਂ ਨੇ ਬਾਹਰੋਂ ਖਰੀਦੀ ਹੈ। ਆਪਣੀ ਆਪਾਂ ਨੇ ਪਹਿਲਾਂ ਕਿਹੜੀ ਬਣਾਈ ਹੈ, ਆਪਣੀ ਪਹਿਲਾਂ ਆਨਸਰ ਦੇਖ ਲਓ ਜੀ, ਹੈਗਾ ਹੈ ਰੁਦਰਮ। ਠੀਕ ਹੈ, ਕਿਹੜੀ ਆਪਣੀ ਪਹਿਲੀ ਐਂਟੀ ਰੇਡੀਏਸ਼ਨ ਮਿਸਾਈਲ, ਰੁਦਰਮ ਹੈ। ਹੁਣ ਕੁਐਸਚਨ ਇਹ ਹੈ ਕਿ ਐਂਟੀ ਰੇਡੀਏਸ਼ਨ ਮਿਸਾਈਲ ਹੁੰਦੀ ਕਿਹੜੀ ਹੈ। ਤਾਂ ਐਂਟੀ ਰੇਡੀਏਸ਼ਨ ਉਹ ਮਿਸਾਈਲ ਹੈ ਜਿਹੜੀ ਕਿ, ਜਿਵੇਂ ਦੇਖੋ ਇੱਕ ਵਰਡ ਹੁੰਦਾ ਰਡਾਰ, ਤੁਸੀਂ ਸੁਣਿਆ ਹੋਣਾ। ਠੀਕ ਹੈ, ਰਡਾਰ ਇੱਕ ਤਰ੍ਹਾਂ ਦੇ ਸਿਗਨਲ ਟਾਈਪ ਸਮਝੋ। ਹਾਲਾਂਕਿ ਆਪਾਂ ਅੱਗੇ ਰਡਾਰ ਨੂੰ ਬਹੁਤ ਐਕਸਪਲੇਨ ਕਰਕੇ ਵੀ ਪੜਾਂਗੇ, ਜਿਹੜੇ ਰਡਾਰ ਦੇ ਉੱਤੇ ਕੁਐਸਚਨ ਪੁੱਛੇ ਜਾਂਦੇ ਆ। ਫਿਲਹਾਲ ਮੈਂ ਤੁਹਾਨੂੰ ਸਿੰਪਲ ਲੈਂਗੁਏਜ ਦੇ ਵਿੱਚ ਦੱਸ ਰਿਹਾ ਰਡਾਰ ਕੀ ਹੈ। ਰਡਾਰ ਇੱਕ ਤਰ੍ਹਾਂ ਦੀ, ਮਤਲਬ ਇਹ ਸਮਝੋ ਕਿ ਇੱਕ ਤਰੰਗਾ ਹੁੰਦੀ ਹੈ। ਕੀ ਹੁੰਦੀ ਹੈ, ਤਰੰਗਾ ਹੁੰਦੀ ਹੈ, ਜਿਹਦੇ ਰਾਹੀਂ ਆਪਾਂ ਕਿਸੇ ਚੀਜ਼ ਨੂੰ ਡਿਟੈਕਟ ਕਰ ਸਕਦੇ ਹਾਂ, ਕਿਸੇ ਦੀ ਸਪੀਡ ਕੈਲਕੂਲੇਟ ਕਰ ਸਕਦੇ ਹਾਂ। ਤਾਂ ਆਪਣੇ 에ਅਰਫੋਰਸ ਵਾਲੇ ਹੋ ਗਏ, ਆਪਣੇ ਡਿਫੈਂਸ ਵਾਲੇ ਹੋ ਗਏ, ਇਹ ਸਾਡੀ ਟੈਰੀਟਰੀ ਦੇ ਵਿੱਚ ਕੋਈ ਜਹਾਜ਼ ਵਗੈਰਾ ਆਉਂਦਾ ਤਾਂ ਰਡਾਰ ਰਾਹੀਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ। ਠੀਕ ਹੈ, ਤਾਂ
ਮਿਸਾਈਲ ਵਗੈਰਾ ਆਉਂਦੀ ਆ ਉਹ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਹੈ। ਤਾਂ ਇਹਦੇ ਨਾਲ ਕੀ ਹੈ, ਆਪਾਂ ਆਪਣੀ ਸੇਫਟੀ ਵਾਸਤੇ ਰਡਾਰ ਨੂੰ ਯੂਜ਼ ਕਰਦੇ ਹਾਂ। ਈਵਨ ਜਿਹੜੇ ਇਹ ਸਪੀਡ ਚੈੱਕ ਕਰਨ ਵਾਲੇ ਹੁੰਦੇ ਆ, ਜਿਹੜੇ ਆਪਣੇ ਰੋਡ ਤੇ ਖੜੇ ਹੁੰਦੇ ਪੁਲਿਸ ਵਾਲੇ, ਉਹਨਾਂ ਕੋਲ ਵੀ ਰਡਾਰ ਹੁੰਦਾ ਹੈ। ਉਹ ਵੀ ਰਡਾਰ ਨਾਲ ਗੱਡੀ ਦੀ ਸਪੀਡ ਪਤਾ ਕਰ ਲੈਂਦੇ ਕਿ ਗੱਡੀ ਇੰਨੀ ਸਪੀਡ ਤੇ ਚੱਲ ਰਹੀ ਸੀ, ਠੀਕ ਹੈ ਨਾ। ਠੀਕ ਹੈ, ਤਾਂ ਰਡਾਰ ਦਾ ਯੂਜ਼ ਹੁੰਦਾ ਹੈ। ਤਾਂ ਆਪਣੀ ਹੁਣ ਆਪਾਂ ਨੇ ਇਹੋ ਜਿਹੀ ਟੈਕਨੋਲੋਜੀ ਡਿਵੈਲਪ ਕਰੀ ਹੈ ਕਿ ਆਪਣੀ ਮਿਸਾਈਲਾਂ ਜਿਹੜੀ ਹੈਗੀਆਂ ਉਹ ਇੱਕ ਤਾਂ ਰਡਾਰ ਦੇ ਵਿੱਚ ਨਹੀਂ ਆਉਣਗੀਆਂ, ਦੂਜਾ ਇਹ ਰਡਾਰ ਨੂੰ ਡਿਟੈਕਟ ਕਰਨਗੀਆਂ ਕਿ ਰਡਾਰ ਕਿੱਥੇ ਹੈ, ਦੁਸ਼ਮਣ ਦਾ ਰਡਾਰ ਕਿੱਥੇ ਹੈ, ਤੇ ਦੁਸ਼ਮਣ ਦੇ ਰਡਾਰ ਨੂੰ ਇਹ ਡਿਸਟਰੋਏ ਕਰਨ ਦਾ ਵੀ ਕੰਮ ਕਰਦੀਆਂ, ਠੀਕ ਹੈ ਨਾ। ਤਾਂ ਐਂਟੀ ਰੇਡੀਏਸ਼ਨ ਮਿਸਾਈਲ ਆਪਣੀ ਪਹਿਲੀ ਹੈ ਰੁਦਰਮ, ਠੀਕ ਹੈ। ਬਾਕੀ ਰਡਾਰ ਬਾਰੇ ਆਪਾਂ ਅੱਗੇ ਪੜਾਂਗੇ। ਰਡਾਰ ਦੀ ਫੁੱਲ ਫਾਰਮ ਵੀ ਹੁੰਦੀ ਹੈ, ਠੀਕ ਹੈ। ਜੇ ਤੁਹਾਨੂੰ ਪਤਾ ਆਲਰੇਡੀ ਤਾਂ ਤੁਸੀਂ ਕਮੈਂਟ ਕਰ ਦਿਓ, ਨਹੀਂ ਅੱਗੇ ਕੁਐਸਚਨ 'ਚ ਆਪਾਂ ਰਡਾਰ ਬਾਰੇ ਪੜਾਂਗੇ, ਠੀਕ ਹੈ, ਟੈਨਸ਼ਨ ਨਾ ਲਓ। ਆਪਾਂ ਬੇਸਿਕ ਕੁਐਸਚਨਾਂ ਤੋਂ ਸਟਾਰਟ ਕਰਾਂਗੇ। ਹੁਣ ਤੁਸੀਂ ਕੀ ਪਤਾ ਬਹੁਤ ਵਧੀਆ ਸਾਇੰਸ ਐਂਡ ਟੈਕਨੋਲੋਜੀ ਪੜ੍ਹੀ ਹੋਵੇ, ਤੁਹਾਨੂੰ ਇਹ ਕੁਐਸਚਨ ਮਤਲਬ ਕਹੋਗੇ ਤੁਸੀਂ ਸਰ ਕੀ ਨੈਣੇ ਵਾਲੇ ਕੁਐਸਚਨ ਕਰਾਈ ਜਾ ਰਹੇ ਹੋ ਬੱਚਿਆਂ ਨੂੰ, ਬਟ ਪੰਜਾਬ ਦੇ ਵਿੱਚ ਮੈਂ ਦੇਖਿਆ, ਮੈਂ ਆਫਲਾਈਨ ਵੀ ਦੇਖਿਆ, ਬੱਚਿਆਂ ਨੂੰ ਸਾਇੰਸ ਐਂਡ ਟੈਕਨੋਲੋਜੀ ਦੀ ਜ਼ੀਰੋ ਨੌਲੇਜ ਹੈ, ਠੀਕ ਹੈ। ਤਾਂ ਆਪਾਂ ਨੂੰ ਬਿਲਕੁਲ ਬੇਸ ਤੋਂ ਚੱਲਣਾ ਪੈਣਾ, ਠੀਕ ਹੈ। ਤਾਂ ਇਸ ਕਰਕੇ ਜੇ ਤੁਸੀਂ ਪਹਿਲਾਂ ਪੜ੍ਹੀ ਹੋਈ ਹੈ ਤਾਂ ਵਧੀਆ ਜੀ, ਜੇ ਨਹੀਂ ਪੜ੍ਹੀ ਹੋਈ ਹੈ ਫਿਰ ਬੱਚਿਆਂ ਵਾਸਤੇ ਇਹ ਕੁਐਸਚਨ ਵੀ ਔਖੇ ਹੈ, ਮੈਨੂੰ ਪਤਾ ਹੈ। वो अमंग द फॉलोइंग पॉइंट द टर्म एस्ट्रोइड। ਤਾਂ ਐਸਟਰੋਇਡ ਸ਼ਬਦ ਦੀ ਵਰਤੋਂ ਕਿਹਨੇ ਕੀਤੀ ਹੈ, ਠੀਕ ਹੈ। ਤਾਂ ਐਸਟਰੋਇਡ ਹੁੰਦੇ ਕੀ ਹੈ, ਇਹਨੂੰ ਆਪਾਂ ਜਿਓਗ੍ਰਾਫੀ 'ਚ ਵੀ ਪੜ੍ਹ ਲੈਂਦੇ ਆ ਵੈਸੇ, ਚਲੋ ਕੋਈ ਗੱਲ ਨਹੀਂ। ਐਸਟਰੋਇਡ ਹੁੰਦੇ ਆ ਜੀ, ਦੇਖੋ ਆਪਣੇ 4 ਗ੍ਰਹਿ ਹੈਗੇ ਆ ਨਾ। ਸਭ ਤੋਂ ਪਹਿਲਾਂ ਕਿਹੜਾ ਗ੍ਰਹਿ ਆਪਣਾ, ਬੁੱਧ ਹੋ ਗਿਆ, ਸ਼ੁੱਕਰ ਹੋ ਗਿਆ, ਆਪਣੀ ਧਰਤੀ ਆ ਗਈ, ਮੰਗਲ ਹੋ ਗਿਆ। ਮੰਗਲ ਤੋਂ ਬਾਅਦ ਆਉਂਦਾ ਜੁਪੀਟਰ। ਮੰਗਲ ਤੋਂ ਬਾਅਦ ਕੌਣ ਆਉਂਦਾ, ਜੁਪੀਟਰ ਯਾਨੀ ਬ੍ਰਹਸਪਤੀ। ਮੰਗਲ ਤੇ ਬ੍ਰਹਸਪਤੀ ਦੇ ਵਿੱਚ ਨਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਚਟਾਨਾਂ ਦੇ ਟੁਕੜੇ ਐਦਾਂ ਕਰਕੇ ਤੈਰਦੇ ਆ, ਘੁੰਮਦੇ ਆ। ਜਿਵੇਂ ਆਪਣੇ ਗ੍ਰਹਿ ਹੈਗੇ ਆ ਨਾ, ਇਦਾਂ ਹੀ ਹਜ਼ਾਰਾਂ ਚਟਾਨਾਂ ਦੇ ਟੁਕੜੇ ਆ। ਕੋਈ ਸ਼ੇਪ ਨਹੀਂ ਇਹਨਾਂ ਦੀ ਪ੍ਰੋਪਰ ਹੈਗੀ, ਉਬੜ ਖਾਬੜ ਜੀ ਸ਼ੇਪ ਹੈ, ਠੀਕ ਹੈ। ਕੋਈ ਲੰਬਾ ਗੋਲ ਇਦਾਂ ਕਰਕੇ ਅਲੱਗ-ਅਲੱਗ ਦੀ ਅਲੱਗ-ਅਲੱਗ ਸ਼ੇਪ ਹੈ, ਓਕੇ। ਜਿੱਦਾਂ ਇਹ ਸੂਰਜ ਦੇ ਆਲੇ ਦੁਆਲੇ ਘੁੰਮਦੇ ਆ, ਜਿੱਦਾਂ ਬਈ ਇਹ ਸੂਰਜ ਦੇ ਆਲੇ ਦੁਆਲੇ ਘੁੰਮਦੇ ਆ ਨਾ ਸਾਰੇ, ਮੰਨ ਲਓ ਇਹ ਸੂਰਜ ਵਾਲਾ ਏਰੀਆ ਹੋ ਗਿਆ, ਸੂਰਜ ਦੇ ਆਲੇ ਦੁਆਲੇ ਘੁੰਮਦੇ ਆ, ਇਦਾਂ ਹੀ ਇਹ ਸਾਰੇ ਦੇ ਸਾਰੇ ਵੀ ਸੂਰਜ ਦੇ ਆਲੇ ਦੁਆਲੇ ਘੁੰਮਦੇ ਆ। ਇਹਨਾਂ ਦੀ ਇੱਕ ਪੂਰੀ ਦੀ ਪੂਰੀ ਐਸਟਰੋਇਡ ਬੈਲਟ ਹੈ, ਠੀਕ ਹੈ। ਇਹ ਸਾਰੇ ਦੇ ਕੱਲੇ ਨੂੰ ਆਪਾਂ ਇੱਕ ਐਸਟਰੋਇਡ ਬੋਲਦੇ ਆ, ਸਮਝੋ ਗੱਲ ਨੂੰ। ਤਾਂ ਇਹ ਕੁਐਸਚਨ ਵੀ ਆ ਜਾਂਦਾ, ਐਸਟਰੋਇਡ ਕਿੱਥੇ ਮਿਲਦੇ ਆ, ਤਾਂ ਐਸਟਰੋਇਡ ਮੰਗਲ ਅਤੇ ਜੁਪੀਟਰ ਦੇ ਵਿੱਚ ਮਿਲਦੇ ਆ, ਮੰਗਲ ਅਤੇ ਜੁਪੀਟਰ ਦੇ ਵਿੱਚ ਮਿਲਦੇ ਆ ਐਸਟਰੋਇਡ। ਤਾਂ ਐਸਟਰੋਇਡ ਸ਼ਬਦ ਕਿਹਨੇ ਦਿਆ, ਕੁਐਸਚਨ ਇਹ ਹੈ। ਤਾਂ ਐਸਟਰੋਇਡ ਸ਼ਬਦ ਦਿਆ ਵਿਲੀਅਮ ਹਰਸ਼ਲ ਨੇ, ਠੀਕ ਹੈ। ਐਸਟਰੋਇਡ ਮਿਲਦੇ ਕਿੱਥੇ ਆ, ਤਾਂ ਐਸਟਰੋਇਡ ਮਿਲਦੇ ਆ ਜੀ ਮੰਗਲ ਅਤੇ ਜੁਪੀਟਰ ਗ੍ਰਹਿ ਦੇ ਵਿਚਕਾਰ, ਜਾਂ ਫਿਰ ਆਪਾਂ ਇਹ ਵੀ ਬੋਲ ਸਕਦੇ ਹਾਂ ਪਹਿਲੇ 4 ਗ੍ਰਹਿ ਇਹਨੂੰ ਆਪਾਂ ਅੰਦਰੂਨੀ ਗ੍ਰਹਿ ਬੋਲਦੇ ਹਾਂ, ਤੇ ਇਨਰ ਪਲੈਨਟ, ਤੇ ਬਾਅਦ ਵਾਲੇ 4 ਗ੍ਰਹਿ ਨੂੰ ਆਪਾਂ ਆਊਟਰ ਪਲੈਨਟ ਬੋਲਦੇ ਹਾਂ। ਇਨਰ ਪਲੈਨਟ ਤੇ ਆਊਟਰ ਪਲੈਨਟ ਵਿਚਕਾਰ ਐਸਟਰੋਇਡ ਬੈਲਟ ਹੈ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਆਪਾਂ ਨੂੰ ਐਸਟਰੋਇਡ ਮਿਲਦੇ ਆ, ਓਕੇ, ਸਮਝਿਓ ਗੱਲ ਨੂੰ। ਫਿਰ ਕੁਐਸਚਨ ਇਹ ਆ ਜਾਂਦਾ ਵੀ ਸਭ ਤੋਂ ਪਹਿਲਾਂ ਐਸਟਰੋਇਡ ਕਿਹੜਾ ਖੋਜਿਆ ਗਿਆ ਸੀਗਾ, ਤਾਂ ਸਭ ਤੋਂ ਪਹਿਲਾਂ ਐਸਟਰੋਇਡ ਖੋਜਿਆ ਗਿਆ ਸੀਗਾ ਜੀ ਸੀਰਸ 1, ਠੀਕ ਹੈ ਜੀ, ਸੀਰਸ 1। ਇਹਦੀ ਖੋਜ ਕਿਹਨੇ ਕੀਤੀ ਸੀ, ਠੀਕ ਹੈ। ਐਸਟਰੋਇਡ 1 ਦੀ ਖੋਜ ਕਿਹਨੇ ਕਰੀ ਸੀ, ਤਾਂ ਵਿਲੀਅਮ ਹੰਸਰ ਇਹਦਾ ਆਨਸਰ ਨਹੀਂ ਆਊਗਾ, ਠੀਕ ਹੈ। ਇਹਦਾ ਆਨਸਰ ਹੈ ਇਟਲੀ ਦਾ ਇੱਕ ਗੁਪੇਸੀ ਪਾਇਜ਼ੀ, ਇਹੀ ਪ੍ਰੋਨਾਂਸੀਏਸ਼ਨ ਹੈ ਇਸ ਵਰਡ ਦੀ, ਜੋ ਵੀ ਹੈ ਬਸ ਆਪਾਂ ਨੇ ਯਾਦ ਰੱਖਣਾ ਹੈ। ਕੁੱਲ ਮਿਲਾ ਕੇ ਗੱਲ ਇਹ ਹੈ, ਇਹ ਪਹਿਲਾ ਐਸਟਰੋਇਡ ਹੈ ਜਿਹੜਾ ਖੋਜਿਆ ਗਿਆ ਸੀਗਾ, ਠੀਕ ਹੈ। ਕਈ ਵਾਰ ਇਹ ਵੀ ਆ ਜਾਂਦਾ ਸੀਰਸ 1 ਕੀ ਹੈ, ਤਾਂ ਸੀਰਸ 1 ਇੱਕ ਤਰ੍ਹਾਂ ਦਾ ਐਸਟਰੋਇਡ ਹੈ, ਠੀਕ ਹੈ। ਇਹ ਟੈਕਨੋਲੋਜੀ 'ਚ ਵੀ ਪੜ੍ਹ ਲੈਂਦੇ ਆ, ਕਿਉਂਕਿ ਇਹਨਾਂ ਦੇ ਉੱਤੇ ਕਈ ਵਾਰ ਕੀ ਹੁੰਦਾ ਹੈ, ਸੈਟੇਲਾਈਟ ਵਗੈਰਾ ਭੇਜੇ ਜਾਂਦੇ ਆ, ਠੀਕ ਹੈ ਨਾ, ਉਪਗ੍ਰਹਿ ਵਗੈਰਾ, ਜਿਵੇਂ ਆਪਾਂ ਚੰਦ ਤੇ ਭੇਜਦੇ ਹਾਂ ਚੰਦਰਯਾਨ, ਮੰਗਲ ਤੇ ਭੇਜੇ ਮੰਗਲਯਾਨ। ਤਾਂ ਇਦਾਂ ਕਰਕੇ ਨਾਸਾ ਵਾਲੇ, ਚਾਈਨਾ ਵਾਲੇ ਜਾਂ ਹੋਰ ਜਾਪਾਨ ਵਾਲੇ ਇਹ ਸਾਰੇ ਭੇਜਦੇ ਰਹਿੰਦੇ ਆ ਇਹਨਾਂ ਦੇ ਉੱਤੇ, ਐਸਟਰੋਇਡ ਉੱਤੇ ਵੀ ਰਿਸਰਚ ਕਰਨ ਵਾਸਤੇ। ਤਾਂ ਇਸ ਕਰਕੇ ਜਿਹੜੇ ਐਸਟਰੋਇਡ ਵਗੈਰਾ ਹੋ ਗਏ, ਪਲੈਨਟ ਵਗੈਰਾ ਹੋ ਗਏ, ਇਹਨਾਂ ਦੇ ਉੱਤੇ ਕਈ ਵਾਰ ਕੁਐਸਚਨ ਆ ਜਾਂਦਾ, ਤਾਂ ਇਹਨੂੰ ਆਪਾਂ ਟੈਕਨੋਲੋਜੀ ਦੇ ਵਿੱਚ ਵੀ ਪੜ੍ਹਦੇ ਚੱਲਾਂਗੇ ਨਾਲ ਦੀ ਨਾਲ ਥੋੜ੍ਹੇ ਜਿਹੇ, ਹੈ ਨਾ। ਹਾਂਜੀ, ਜਮੀ ਸੌਖੇ ਕੁਐਸਚਨ ਹੈ ਅੱਜ। ਭਾਰਤ ਨੇ ਪਹਿਲਾ ਪਰਮਾਣੂ ਧਮਾਕਾ ਜਿਹੜਾ ਹੈ, ਪਰਮਾਣੂ ਟੈਸਟ ਕਦੋਂ ਕਰਿਆ ਸੀਗਾ, ਠੀਕ ਹੈ। ਕਦੋਂ ਕਰਿਆ, ਕਿਹੜੀ ਸਰਕਾਰ ਸੀਗੀ, ਆਪਰੇਸ਼ਨ ਦਾ ਨਾਂ ਕੀ ਸੀ, ਕਿੱਥੇ ਕਰਿਆ, ਕਿੰਨੇ ਬੰਬ ਸੀਗੇ, ਸਾਰੇ ਕੁਐਸਚਨ ਪੁੱਛੇ ਜਾਂਦੇ ਆ, ਠੀਕ ਹੈ। ਤਾਂ ਬਿਲਕੁਲ ਆਪਾਂ ਸਾਰੇ ਹੀ ਪੜਾਂਗੇ। ਪਹਿਲਾ ਕੁਐਸਚਨ ਕੀ ਹੈ ਜੀ, ਭਾਰਤ ਦੁਆਰਾ ਪਹਿਲਾ ਪਰਮਾਣੂ ਟੈਸਟ ਕਦੋਂ ਕਰਿਆ ਗਿਆ, ਤਾਂ ਭਾਰਤ ਨੇ ਪਹਿਲਾ ਪਰਮਾਣੂ ਟੈਸਟ ਕਰਿਆ ਜੀ 1974 ਦੇ ਵਿੱਚ। ਕਦੋਂ ਕਰਿਆ, 1974 ਦੇ ਵਿੱਚ। ਹੁਣ 1974 ਚ ਪ੍ਰਾਈਮ ਮਿਨਿਸਟਰ ਕੌਣ ਸੀਗਾ, 1974 ਚ ਪ੍ਰਾਈਮ ਮਿਨਿਸਟਰ ਸੀਗੀ ਸ਼੍ਰੀਮਤੀ ਇੰਦਰਾ ਗਾਂਧੀ, ਠੀਕ ਹੈ ਨਾ। ਬਾਕੀ ਇਹ ਡਿਟੇਲ ਆਪਾਂ ਇੱਥੇ ਦੇਖ ਲਾਂਗੇ ਸਾਰੀ ਦੀ ਸਾਰੀ, ਤਰੀਕ ਯਾਦ ਰੱਖਣੀ ਹੈ, ਬਹੁਤ ਇੰਪੋਰਟੈਂਟ ਹੈ। ਭਾਰਤ ਨੇ ਪਹਿਲਾ ਪਰਮਾਣੂ ਟੈਸਟ 18 ਮਈ 1974 ਨੂੰ ਕਰਿਆ। ਕਦੋਂ ਕਰਿਆ, 18 ਮਈ 1974। ਪ੍ਰਾਈਮ ਮਿਨਿਸਟਰ ਪੁੱਛਦੇ ਆ ਉਸ ਟਾਈਮ ਕੌਣ ਸੀ, ਇੰਦਰਾ ਗਾਂਧੀ ਸੀਗੀ ਬਈ, ਠੀਕ ਹੈ। ਉਸ ਆਪਰੇਸ਼ਨ ਦਾ ਨਾਂ ਕੀ ਸੀਗਾ, ਕਿਉਂਕਿ ਸੀਕ੍ਰੀਟਲੀ ਕਰਨੇ ਹੁੰਦੇ ਆ ਨਾ, ਤਾਂ ਉਹਦਾ ਆਪਰੇਸ਼ਨ ਜਿਹੜਾ ਹੁੰਦਾ, ਆਪਰੇਸ਼ਨ ਦਾ ਨਾਂ ਰੱਖਿਆ ਹੁੰਦਾ, ਆਪਰੇਸ਼ਨ ਦਾ ਨਾਂ ਸੀਗਾ ਸਮਾਈਲਿੰਗ ਬੁੱਧਾ। ਕੀ ਸੀਗਾ, ਸਮਾਈਲਿੰਗ ਬੁੱਧਾ ਆਪਰੇਸ਼ਨ ਦਾ ਨਾਂ ਸੀਗੀ। ਹਾਲਾਂਕਿ ਇੰਡੀਅਨ ਆਰਮੀ ਨੇ ਸਮਾਈਲਿੰਗ ਬੁੱਧਾ ਦੀ ਥਾਂ ਤੇ ਹੈਪੀ ਕ੍ਰਿਸ਼ਨਾ ਵਰਡ ਵੀ ਯੂਜ਼ ਕਰਿਆ ਹੋਇਆ। ਤਾਂ ਕਈ ਵਾਰ ਜੇ ਕੁਐਸਚਨ ਦਾ ਲੈਵਲ ਬਹੁਤ ਜ਼ਿਆਦਾ ਔਖਾ ਕਰਨਾ ਹੋਵੇ ਤਾਂ ਹੈਪੀ ਕ੍ਰਿਸ਼ਨਾ ਬਾਰੇ ਕੁਝ ਆ ਜਾਂਦਾ ਹੈ ਕੁਐਸਚਨ। ਤਾਂ ਹੈਪੀ ਕ੍ਰਿਸ਼ਨਾ ਕੁਝ ਨਹੀਂ, ਸਮਾਈਲਿੰਗ ਬੁੱਧਾ ਦਾ ਹੀ ਦੂਜਾ ਨਾਂ ਹੈ, ਠੀਕ ਹੈ ਜੀ। ਹੈੱਡ ਕੌਣ ਸੀਗਾ ਇਸ ਪੂਰੇ ਪ੍ਰੋਜੈਕਟ ਦਾ, ਰਾਜਾ ਰਮੰਨਾ, ਠੀਕ ਹੈ, ਯਾਦ ਰੱਖਣਾ। ਹੈੱਡ ਕੌਣ ਸੀਗਾ, ਰਾਜਾ ਰਮੰਨਾ।
ਜਾਂ ਰਾਜਾ ਰਮਨ, ਇਹ ਉਸ ਟਾਈਮ BARC ਭਾਭਾ ਐਟੋਮਿਕ ਰਿਸਰਚ ਸੈਂਟਰ, ਇਹਦੇ ਬਾਰੇ ਅੱਗੇ ਪੜਾਂਗੇ ਆਪਾਂ ਇਸੇ ਕਲਾਸ ਦੇ ਵਿੱਚ। ਭਾਭਾ ਐਟੋਮਿਕ ਰਿਸਰਚ ਸੈਂਟਰ ਦੇ ਪ੍ਰਮੁੱਖ ਸੀਗੇ, ਉਹ ਉਸ ਟਾਈਮ ਇਸ ਸਾਰੇ ਦੇ ਪ੍ਰੋਜੈਕਟ ਦੇ ਹੈੱਡ ਸੀਗੇ ਬਈ। ਕਿੱਥੇ ਕਰਿਆ ਗਿਆ ਪਹਿਲਾ ਪਰਮਾਣੂ ਟੈਸਟ, ਕਿੱਥੇ ਕਰਿਆ ਗਿਆ? ਰਾਜਸਥਾਨ ਦੇ ਅੰਦਰ ਜਗ੍ਹਾ ਹੈ ਜੀ ਜਸਲਮੇਰ, ਜਸਲਮੇਰ ਦੇ ਅੰਦਰ ਜਗ੍ਹਾ ਹੈ ਪੋਖਰਨ, ਇਹ ਤਾਂ ਸੁਣਿਆ ਹੋਣਾ ਤੁਸੀਂ, ਮੂਵੀ ਵੀ ਹੈਗੀ ਹੈ ਜੌਨ ਇਬਰਾਹਿਮ ਦੀ, ਹਨਾ, ਉਹ ਦੂਜੇ ਵਾਲੇ ਟੈਸਟ ਦੇ ਉੱਤੇ ਹੈ, ਪਹਿਲੇ ਵਾਲੇ ਟੈਸਟ ਤੇ ਨਹੀਂ ਹੈਗੀ। ਪੋਖਰਨ, ਇਹਨੂੰ ਇਸ ਪੂਰੇ ਦੇ ਪੂਰੇ ਟੈਸਟ ਨੂੰ ਆਪਾਂ ਪੋਖਰਨ 1 ਵੀ ਬੋਲਦੇ ਹਾਂ। ਕੀ ਬੋਲਦੇ ਆ? ਪੋਖਰਨ 1, ਉਹੀ ਹੈ ਨਾ, ਪਹਿਲਾ ਟੈਸਟ ਕਰਿਆ ਸੀਗਾ ਪੋਖਰਨ ਦੇ ਵਿੱਚ, ਠੀਕ ਹੈ। ਜਿਹੜਾ ਬੰਬ ਆਪਾਂ ਨੇ ਯੂਜ਼ ਕਰਿਆ, ਉਹ ਡਿਵਾਈਸ ਜਿਹੜੀ ਯੂਜ਼ ਕਰੀ ਆ, ਉਹ ਕਿਹੋ ਜੀ ਸੀਗੀ? ਫਿਜ਼ਨ ਟਾਈਪ ਦੀ ਸੀਗੀ। ਫਿਜ਼ਨ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਫਿਜ਼ਨ ਹੁੰਦੀ ਹੈ, ਇੱਕ ਫਿਊਜ਼ਨ ਹੁੰਦੀ ਹੈ। ਇੰਨੀ ਡਿਟੇਲ ਚ ਆਪਾਂ ਜਾਣ ਦੀ ਲੋੜ ਨਹੀਂ ਹੈਗੀ ਕਿ ਫਿਜ਼ਨ ਕਿਹੋ ਜੀ ਹੈ, ਫਿਊਜ਼ਨ ਕਿਹੋ ਜੀ ਹੈ। ਬਸ ਜੇ ਤੁਹਾਨੂੰ ਆਂਦਾ ਤਾਂ ਫਿਜ਼ਨ ਹੈ ਜੀ। ਕਿਹੜੀ ਹੈ? ਫਿਜ਼ਨ, ਠੀਕ ਹੈ। ਇੱਕ ਫਿਜ਼ਨ ਹੁੰਦੀ ਹੈ, ਇੱਕ ਫਿਊਜ਼ਨ ਹੁੰਦੀ ਹੈ। ਆਪਾਂ ਨੇ ਕਿਹੜੀ ਯਾਦ ਰੱਖਣੀ ਹੈ? ਪਹਿਲਾ ਟੈਸਟ ਸੀਗਾ ਆਪਣਾ ਫਿਜ਼ਨ ਦਾ। ਪਰਮਾਣੂ ਬੰਬ ਦਾ ਸਫਲ ਪਰੀਖਣ ਕਰਿਆ ਜਦੋਂ ਆਪਾਂ ਨੇ, ਤਾਂ ਆਪਾਂ ਦੁਨੀਆ ਦੇ ਵਿੱਚ 6ਵੀਂ ਪਰਮਾਣੂ ਸ਼ਕਤੀ ਬਣ ਗਏ। ਕਿੰਨੀਵੀਂ? 6ਵੀਂ। ਇਹ ਵੀ ਪੁੱਛਿਆ ਜਾਂਦਾ ਹੈ। ਪਹਿਲੇ ਨੰਬਰ ਤੇ ਅਮਰੀਕਾ, ਫਿਰ ਸੋਵੀਅਤ ਸੰਘ ਯਾਨੀ ਰੂਸ ਹੋ ਗਿਆ, ਬ੍ਰਿਟੇਨ ਹੋ ਗਿਆ, ਫਰਾਂਸ ਹੋ ਗਿਆ, ਚੀਨ ਹੋ ਗਿਆ। ਉਸ ਤੋਂ ਬਾਅਦ ਭਾਰਤ ਦੁਨੀਆ ਦੀ 6ਵੀਂ ਪਰਮਾਣੂ ਸ਼ਕਤੀ ਬਣ ਗਿਆ। ਅੰਡਰਸਟੈਂਡ ਬਈ? ਇਹ ਤਾਂ ਪਹਿਲਾ ਸੀਗਾ ਜੀ ਪੋਖਰਨ 1, ਤੇ ਪੋਖਰਨ 2 ਬਾਰੇ ਵੀ ਆ ਜਾਂਦਾ ਹੈ ਕੁਐਸਚਨ, ਬਿਲਕੁਲ ਆਏਗਾ। ਭਾਰਤ ਦਾ ਦੂਜਾ ਪਰਮਾਣੂ ਜਿਹੜਾ ਧਮਾਕਾ ਹੈ, ਟੈਸਟ ਹੈ, ਉਹ ਕਦੋਂ ਹੋਇਆ, ਕਿਹਦੇ ਟਾਈਮ 'ਚ ਹੋਇਆ, ਕੀ ਆਪਰੇਸ਼ਨ ਦਾ ਨਾਂ ਹੈ, ਸਾਰੀ ਗੱਲਾਂ ਉਹੀ ਯਾਦ ਰੱਖਣੀਆਂ, ਠੀਕ ਹੈ ਜੀ। ਤਾਂ ਦੂਜਾ ਆਪਾਂ ਨੇ ਕਰਿਆ 1998 ਦੇ ਵਿੱਚ। ਕਦੋਂ ਕਰਿਆ? 1998। ਪ੍ਰਾਈਮ ਮਿਨਿਸਟਰ ਕੌਣ ਸੀਗਾ? ਤਾਂ ਨੋਰਮਲ ਜੀ ਗੱਲ ਹੈ, ਪ੍ਰਾਈਮ ਮਿਨਿਸਟਰ ਇਸ ਟਾਈਮ ਸੀਗੇ ਅਟਲ ਬਿਹਾਰੀ ਵਾਜਪੇਈ ਜੀ। ਅਟਲ ਬਿਹਾਰੀ, ਠੀਕ ਹੈ ਜੀ, ਉਹਨਾਂ ਦੇ ਟਾਈਮ ਦੇ ਵਿੱਚ ਹੋਇਆ। ਪੂਰੀ ਡਿਟੇਲ ਆਪਾਂ ਇੱਥੇ ਦੇਖਾਂਗੇ। ਤਰੀਕਾਂ ਯਾਦ ਰੱਖਣੀਆਂ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਈ ਦੋਨਾਂ ਦੀਆਂ। ਇਹ 11 ਮਈ ਨੂੰ ਕਰਿਆ ਸੀਗਾ ਪਹਿਲਾਂ ਆਪਾਂ ਨੇ, 11 ਮਈ ਬਾਅਦ ਚ 13 ਮਈ ਨੂੰ ਵੀ ਹੋਇਆ। ਇਹ 2-3 ਦਿਨ ਆਪਾਂ ਨੇ ਕਰੇ, ਕਿਉਂਕਿ ਆਪਾਂ ਨੇ 5 ਟੈਸਟ ਕਰਿਆ, ਇੱਕ ਅੱਧਾ ਨਹੀਂ ਆਪਾਂ ਨੇ ਕਰਿਆ, 5। ਤੇ ਉਸ ਟਾਈਮ ਦੇ ਵਿੱਚ ਕਰਿਆ ਜਦੋਂ ਅਮਰੀਕਾ ਦੀ ਪੂਰੀ ਨਿਗਾਹ ਸਾਡੇ ਤੇ ਸੀਗੀ, ਪੂਰੀ। ਇਸ ਤੋਂ ਪਹਿਲਾਂ ਵੀ ਟਰਾਈ ਕਰਨ ਦੀ ਕੋਸ਼ਿਸ਼ ਕਰਦੇ ਸੀਗੇ, ਅਮਰੀਕਾ ਵਾਲੇ ਫੋਨ ਕਰਕੇ ਧਮਕਾ ਦਿੰਦੇ ਸੀਗੇ, ਪਰ ਹੁਣ ਪ੍ਰਾਈਮ ਮਿਨਿਸਟਰ ਅਟਲ ਬਿਹਾਰੀ ਵਾਜਪੇਈ ਸੀਗੇ, ਤਾਂ ਇਹਨਾਂ ਨੇ ਸੀਕ੍ਰੇਟਲੀ ਇਸ ਨੂੰ ਕਰਵਾਇਆ ਸਾਰਾ ਕੁਝ। ਪ੍ਰਾਈਮ ਮਿਨਿਸਟਰ ਕੌਣ ਸੀਗੇ ਜੀ? ਅਟਲ ਬਿਹਾਰੀ ਵਾਜਪੇਈ, ਠੀਕ ਹੈ। ਆਪਰੇਸ਼ਨ ਦਾ ਨਾਂ ਸਮਾਈਲਿੰਗ ਸ਼ਕਤੀ, ਆਪਰੇਸ਼ਨ ਸ਼ਕਤੀ ਯਾਦ ਰੱਖਿਓ, ਸਮਾਈਲਿੰਗ ਸ਼ਕਤੀ ਨਹੀਂ, ਆਪਰੇਸ਼ਨ ਸ਼ਕਤੀ, ਠੀਕ ਹੈ। ਆਪਰੇਸ਼ਨ ਸ਼ਕਤੀ ਹੈੱਡ ਕੌਣ ਸੀਗੇ? ਆਪਣੇ ਡਾਕਟਰ APJ ਅਬਦੁਲ ਕਲਾਮ, DRDO ਦੇ ਸੀਗੇ ਜੀ। ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਵੀ ਇਹ ਬਣੇ ਆ, ਠੀਕ ਹੈ। ਪ੍ਰੈਜ਼ੀਡੈਂਟ ਆਫ ਇੰਡੀਆ, ਪੋਲਿਟੀ ਚ ਆਪਾਂ ਪੜ੍ਹ ਕੇ ਆਏ ਨਾ, ਪ੍ਰੈਜ਼ੀਡੈਂਟ ਆਫ ਇੰਡੀਆ ਬਣੇ ਆ ਡਾਕਟਰ APJ ਅਬਦੁਲ ਕਲਾਮ। ਜੇ ਤੁਸੀਂ ਪੜ੍ਹੇ ਹੋ ਪੋਲਿਟੀ ਵਧੀਆ ਤਰੀਕੇ ਨਾਲ, ਲੈ ਦੱਸੋ ਫਿਰ ਕਮੈਂਟ ਕਰਕੇ ਬਈ, ਕਿੰਨਵੇਂ ਨੰਬਰ ਦੇ ਪ੍ਰੈਜ਼ੀਡੈਂਟ ਆਫ ਇੰਡੀਆ ਸੀਗੇ ਡਾਕਟਰ APJ ਅਬਦੁਲ ਕਲਾਮ? ਮਿਸਾਈਲ ਮੈਨ ਆਫ ਇੰਡੀਆ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਜਗ੍ਹਾ ਉਹੀ ਹੈ ਸੇਮ, ਪੋਖਰਨ, ਜੈਸਲਮੇਰ, ਰਾਜਸਥਾਨ। ਇਹਨੂੰ ਆਪਾਂ ਪੋਖਰਨ 2 ਬੋਲਦੇ ਹਾਂ। ਕੀ ਬੋਲਦੇ ਹਾਂ? ਪੋਖਰਨ 2। ਡਿਵਾਈਸ ਫਿਜ਼ਨ ਵੀ ਸੀਗੀ, ਫਿਜ਼ਨ ਦੇ ਨਾਲ ਨਾਲ ਫਿਊਜ਼ਨ ਵੀ ਸੀਗੀ। ਫਿਜ਼ਨ ਤੇ ਫਿਊਜ਼ਨ ਦੋਨੋਂ ਹੈ, ਤੇ ਦੋ ਹੀ ਤਰ੍ਹਾਂ ਦੀ ਹੁੰਦੀ ਹੈ ਡਿਵਾਈਸ। ਆਪਰੇਸ਼ਨ ਸ਼ਕਤੀ ਦੌਰਾਨ 5 ਪਰਮਾਣੂ ਯੰਤਰ ਜਿਹੜਾ ਉਹਨਾਂ ਦਾ ਪ੍ਰੀਖਣ ਕਰਿਆ ਗਿਆ। 5 ਸੀਗੇ, ਯਾਦ ਰੱਖਣਾ ਵੀ ਕਿੰਨੇ ਧਮਾਕੇ? 5। 4 ਜਿਹੜੇ ਸੀਗੇ ਉਹਨਾਂ 'ਚ ਪਲੂਟੋਨੀਅਮ ਵਰਤਿਆ ਜਾਂਦਾ ਹੈ। ਪਰਮਾਣੂਆਂ ਦੇ ਵਿੱਚ ਜਿਹੜੀ ਨਿਊਕਲੀਅਰ ਕਿਰਿਆਵਾਂ ਹੁੰਦੀਆਂ, ਚਾਹੇ ਆਪਾਂ ਬਿਜਲੀ ਬਣਾਉਣ ਦੇ ਵਿੱਚ ਕਰੀਏ, ਚਾਹੇ ਬੰਬ ਬਣਾਉਣ 'ਚ ਕਰੀਏ, ਕਿਤੇ ਵੀ ਕਰੀਏ, ਪਲੂਟੋਨੀਅਮ, ਯੂਰੇਨੀਅਮ, ਇਹ ਦੋ ਯੂਜ਼ ਹੁੰਦੇ ਆ ਫਿਊਲ ਦੇ ਤੌਰ ਤੇ। ਫਿਊਲ ਵੀ ਤਾਂ ਉਹ ਫਿਊਲ ਹੀ ਦੇ ਤੌਰ ਤੇ ਯੂਜ਼ ਹੁੰਦੇ ਆ ਨਾ। ਤਾਂ 4 'ਚ ਪਲੂਟੋਨੀਅਮ, ਇੱਕ 'ਚ ਥੋਰੀਅਮ ਜਾਂ ਯੂਰੇਨੀਅਮ 233। ਯੂ ਦਾ ਮਤਲਬ ਹੈ ਯੂਰੇਨੀਅਮ ਤੇ ਥੋਰੀਅਮ, ਇਹ ਬਸ ਇਹ ਯੂਜ਼ ਹੋਏ ਆ। ਪਲੂਟੋਨੀਅਮ, ਥੋਰੀਅਮ, ਯੂਰੇਨੀਅਮ, ਠੀਕ ਹੈ। 11 ਮਈ ਯਾਦ ਰੱਖਣੀ ਹੈ ਤਰੀਕ। ਕਿਉਂ 11 ਮਈ ਨੂੰ ਕਰਿਆ ਸੀਗਾ ਨਾ ਪਹਿਲਾ ਟੈਸਟ, ਤੇ 11 ਮਈ ਨੂੰ ਅੱਜ ਵੀ ਆਪਾਂ ਮਨਾਉਂਦੇ ਆ ਨੈਸ਼ਨਲ ਟੈਕਨੋਲੋਜੀ ਡੇ। ਸੁਪਰ ਇੰਪੋਰਟੈਂਟ, ਡਾਇਰੈਕਟ ਪੇਪਰ 'ਚ ਕੁਐਸਚਨ ਆਉਂਦਾ ਹੈ ਨੈਸ਼ਨਲ ਟੈਕਨੋਲੋਜੀ ਡੇ। ਕਿਉਂਕਿ ਆਪਾਂ ਸਾਇੰਸ ਐਂਡ ਟੈਕਨੋਲੋਜੀ ਪੜ੍ਹ ਰਹੇ ਹਾਂ, ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਬਈ ਟੈਕਨੋਲੋਜੀ ਡੇ ਕਦੋਂ ਮਨਾਇਆ ਜਾਂਦਾ ਹੈ? 11 ਮਈ ਨੂੰ। ਕਿਉਂ ਮਨਾਉਂਦੇ ਆ ਬਈ? ਕਿਉਂਕਿ 11 ਮਈ ਨੂੰ ਆਪਾਂ ਨੇ ਪਰਮਾਣੂ ਬੰਬਾਂ ਦਾ ਟੈਸਟ ਕਰਿਆ ਸੀਗਾ ਪੋਖਰਨ ਦੇ ਵਿੱਚ, ਪੋਖਰਨ 2 ਉਹਨੂੰ ਬੋਲਦੇ ਆ। ਤਾਂ ਇਹ ਸਾਰੀ ਗੱਲਾਂ ਯਾਦ ਰੱਖਣ ਵਾਲੀ ਹੈਗੀਆਂ। ਇੱਕ ਇੱਕ ਲਾਈਨ ਦੇ ਉੱਤੇ ਕੁਐਸਚਨ ਆਲਰੇਡੀ ਪੇਪਰ 'ਚ ਆਇਆ ਹੋਇਆ। ਮੈਂ ਇਹ ਨਹੀਂ ਕਹਿ ਰਿਹਾ ਕਿ ਆ ਸਕਦਾ ਹੈ, ਆਏ ਹੋਏ ਕੁਐਸਚਨ ਹੈ, ਠੀਕ ਹੈ। ਨੈਕਸਟ ਹੈ ਜੀ, who is known as father of Indian space program? ਭਾਰਤੀ ਪੁਲਾੜ, ਸਪੇਸ ਨੂੰ ਆਪਾਂ ਕੀ ਬੋਲਦੇ ਹਾਂ? ਪੁਲਾੜ। ਭਾਰਤੀ ਪੁਲਾੜ ਪ੍ਰੋਗਰਾਮ ਦਾ ਪਿਤਾ। ਸਪੇਸ ਦੇ ਵਿੱਚ ਆਪਾਂ ਦੇਖੋ ਬਈ, ਸਪੇਸ ਯਾਨ ਭੇਜਦੇ ਆ, ਠੀਕ ਹੈ, ਸੈਟੇਲਾਈਟ ਭੇਜਦੇ ਆ ਸਪੇਸ ਦੇ ਵਿੱਚ, ਜਿਵੇਂ ਚੰਦਰਯਾਨ ਭੇਜਿਆ ਤਾਂ ਆਪਾਂ ਨੇ, ਠੀਕ ਹੈ, ਮੰਗਲਯਾਨ ਭੇਜਿਆ, ਤਾਂ ਹੁਣ ਆਪਾਂ ਵਾਯੂਯਾਨ ਭੇਜਣ ਲੱਗ ਰਹੇ ਹਾਂ, ਗਗਨਯਾਨ ਭੇਜ ਰਹੇ ਹਾਂ, ਠੀਕ ਹੈ। ਉਹ ਸਾਰੇ, ਤਾਂ ਉਹ ਸਾਰੇ ਦੇ ਪਿਤਾਮਾ ਕਿਹਨੂੰ ਕਿਹਾ ਜਾਂਦਾ ਹੈ? ਤਾਂ ਉਹ ਕਿਹਾ ਜਾਂਦਾ ਹੈ ਜੀ ਵਿਕਰਮ ਸਾਰਾਭਾਈ। ਕਿਹਨੂੰ ਕਿਹਾ ਜਾਂਦਾ ਹੈ? ਵਿਕਰਮ ਸਾਰਾਭਾਈ। ਬਹੁਤ ਇੰਪੋਰਟੈਂਟ ਹੈ। ਆਪਾਂ ਨੇ ਅੱਜ ਸਾਰੇ ਬਿਲਕੁਲ ਸਿੰਪਲ ਬਹੁਤ ਇੰਪੋਰਟੈਂਟ ਕੁਐਸਚਨ ਰੱਖੇ ਹੈ। ਪਹਿਲੀ ਕਲਾਸ ਹੈ, ਬਿਲਕੁਲ ਸਿੰਪਲ ਵਾਲੇ ਵੀ, ਤੁਹਾਨੂੰ ਥੋੜਾ ਬੇਸ ਜਾ ਵੀ ਤੁਹਾਡਾ ਬਣ ਜੇ, ਠੀਕ ਹੈ। ਤੇ ਜਿਹੜੇ ਸੁਪਰ ਇੰਪੋਰਟੈਂਟ ਕੁਐਸਚਨ ਹੈ ਉਹ ਆਪਾਂ ਨੇ ਅੱਜ ਕਰੇ ਹੈ। ਓਕੇ, ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਬਈ, ਠੀਕ ਹੈ।
ਇਹ ਹੈਗੇ ਆ ਵਿਕਰਮ ਸਾਰਾਭਾਈ। ਇਹਨਾਂ ਬਾਰੇ ਆਪਾਂ 2-4 ਪੁਆਇੰਟ ਦੇਖਾਂਗੇ ਜਿਹੜੇ ਪੇਪਰ 'ਚ ਆਲਰੇਡੀ ਆ ਚੁੱਕੇ ਹੈ। ਜਿਵੇਂ ਕਿ ਵਿਕਰਮ ਸਾਰਾਭਾਈ ਭਾਰਤੀ ਪੁਲਾੜ ਖੋਜ ਯਾਨੀ ਸਪੇਸ ਰਿਸਰਚ ਦੀ ਇੰਡੀਆ ਦੇ ਵਿੱਚ ਸ਼ੁਰੂਆਤ ਇਹਨਾਂ ਨੇ ਕਰੀ ਹੈ। ਠੀਕ ਹੈ, ਕਈ ਵਾਰ ਇਦਾਂ ਵੀ ਪੁੱਛਦੇ ਆ, ਜ਼ਰੂਰੀ ਨਹੀਂ ਕਿ ਤੁਹਾਨੂੰ ਇਦਾਂ ਪੁੱਛਣਗੇ ਬਈ ਕਿ ਫਾਦਰ ਆਫ ਇੰਡੀਅਨ ਸਪੇਸ ਪ੍ਰੋਗਰਾਮ ਕੌਣ ਹੈ। ਉਹ ਇਦਾਂ ਵੀ ਪੁੱਛ ਸਕਦੇ ਆ ਕਿ ਇੰਡੀਆ ਦੇ ਵਿੱਚ ਸਪੇਸ ਦੇ ਵਿੱਚ ਰਿਸਰਚ ਨੂੰ ਲੈ ਕੇ, ਕੰਮ ਕਰਨ ਨੂੰ ਲੈ ਕੇ ਸਭ ਤੋਂ ਪਹਿਲਾਂ ਕਿਹਨਾਂ ਨੇ ਕਿਹਾ ਸੀ ਜਾਂ ਕਿਹਨਾਂ ਨੇ ਸ਼ੁਰੂਆਤ ਕਰੀ ਹੈ, ਤਾਂ ਉਹ ਹੈਗੇ ਆ ਵਿਕਰਮ ਅੰਬਾਲਾਲ ਸਾਰਾਭਾਈ। ਠੀਕ ਹੈ, ਬਹੁਤ ਇਹਨਾਂ ਨੇ, ਤੇ ਇਸ ਤੋਂ ਇਲਾਵਾ ਇਹਨਾਂ ਦਾ ਯੋਗਦਾਨ ਪਰਮਾਣੂ ਸ਼ਕਤੀ ਦੇ ਵਿੱਚ ਵੀ ਹੈ। ਇਹਨਾਂ ਨੇ ਕਿਹਾ ਕਿ ਸਪੇਸ ਦੇ ਨਾਲ ਨਾਲ ਆਪਣੇ ਕੋਲ ਪਰਮਾਣੂ ਪਾਵਰ ਵੀ ਹੋਣੀ ਚਾਹੀਦੀ ਹੈ। ਠੀਕ ਹੈ, ਦੋਨੇ ਹੈ। ਤਾਂ ਇਹਨਾਂ ਦੀ ਕੋਸ਼ਿਸ਼ਾਂ ਕਰਕੇ ਹੀ ਇੰਡੀਅਨ ਗਵਰਨਮੈਂਟ ਨੇ ਇੱਕ ਸੰਸਥਾ ਬਣਾਈ, ਬਹੁਤ ਇੰਪੋਰਟੈਂਟ ਹੈ। ਕਿਆ ਸੰਸਥਾ ਦਾ ਨਾਮ? INCOSPAR। ਠੀਕ ਹੈ, ਯਾਦ ਰੱਖਣਾ ਹੈ। ਇਹ ਪੁੱਛਿਆ ਜਾਂਦਾ ਹੈ, ਇਹਦੀ ਫੁੱਲ ਫਾਰਮ ਵੀ ਪੁੱਛ ਲੈਂਦੇ ਆ। ਇੰਡੀਅਨ ਨੈਸ਼ਨਲ ਕਮੇਟੀ ਫॉर ਸਪੇਸ ਰਿਸਰਚ। ਠੀਕ ਹੈ, ਇੰਡੀਅਨ ਨੈਸ਼ਨਲ ਕਮੇਟੀ ਫॉर ਸਪੇਸ ਰਿਸਰਚ ਇਹ 1962 ਚ ਬਣਾਈ ਗਈ ਸੀਗੀ। ਠੀਕ ਹੈ, ਸਪੇਸ ਦੇ ਉੱਤੇ ਰਿਸਰਚ ਕਰਨ ਵਾਸਤੇ ਇੰਡੀਅਨ ਨੈਸ਼ਨਲ ਕਮੇਟੀ ਬਣਾਈ ਗਈ, ਇਹਨਾਂ ਦੇ ਕਹਿਣ ਤੇ ਬਣਾਈ ਗਈ। ਤੇ ਇਹਦੇ ਪਹਿਲੇ ਪ੍ਰਧਾਨ ਵੀ ਵਿਕਰਮ ਸਾਰਾਭਾਈ ਹੀ ਰਹੇ ਹੈ। ਵਿਕਰਮ ਸਾਰਾਭਾਈ ਪਹਿਲੇ ਚੇਅਰਮੈਨ ਸਨ, ਇਹ ਯਾਦ ਰੱਖਣਾ ਹੈ ਵੀ। ਇਨਕੋਸਪਰ ਦੇ ਪਹਿਲੇ ਚੇਅਰਮੈਨ ਕੌਣ ਸੀਗੇ? ਵਿਕਰਮ ਅੰਬਾਲਾਲ ਸਾਰਾਭਾਈ। ਠੀਕ ਹੈ, 15 ਅਗਸਤ, ਇਹ ਡੇਟ ਬਹੁਤ ਇੰਪੋਰਟੈਂਟ ਹੈ। ਕਿਉਂ? 15 ਅਗਸਤ 1969 ਨੂੰ, ਦੇਖੋ ਇਹ ਸੰਸਥਾ ਬਣੀ ਕਦ ਹੈ? 62 ਦੇ ਵਿੱਚ ਬਣੀ ਹੈ, ਪਰ 69 ਦੇ ਵਿੱਚ 15 ਅਗਸਤ ਵਾਲੇ ਦਿਨ ਇਨਕੋਸਪਰ ਨੂੰ ਨਵਾਂ ਨਾਮ ਮਿਲਿਆ। ਨਵਾਂ ਨਾਮ ਕੀ ਮਿਲਿਆ? ਇਸਰੋ। ਸੁਪਰ ਇੰਪੋਰਟੈਂਟ ਹੈ ਇਸਰੋ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਅੱਜ ਵੀ ਹੈਗੀ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਜਿਹੜੇ ਵੀ ਆਪਾਂ ਇਹ ਸੈਟੇਲਾਈਟ ਬਾਹਰ ਭੇਜਦੇ ਆ ਜਾਂ ਪੁਲਾੜਯਾਨ, ਜੋ ਵੀ ਆਪਾਂ ਨੇ ਭੇਜਣਾ ਹੁੰਦਾ ਹੈ, ਮਿਸ਼ਨ ਤੇ ਆਪਾਂ ਜਾਂਦੇ ਆ, ਚੰਦਰਯਾਨ, ਮੰਗਲਯਾਨ, ਗਗਨਯਾਨ, ਸਾਰਾ ਕੁਝ ਸਭ ਇਸਰੋ ਹੀ ਤਾਂ ਕਰਦਾ ਹੈ ਆਪਣਾ। ਠੀਕ ਹੈ, ਇਸਰੋ ਬਾਰੇ ਤਾਂ ਪੜਿਆ ਹੋਣਾ, ਸੁਣਿਆ ਹੋਣਾ, ਘੱਟੋ ਘੱਟ ਸੁਣਿਆ ਹੋਣਾ ਤਾਂ ਜ਼ਰੂਰ, ਹੈ ਨਾ। ਤਾਂ ਇਸਰੋ ਕਦ ਬਣੀ ਹੈ? 15 ਅਗਸਤ 1969 ਨੂੰ। 15 ਅਗਸਤ 1969 ਨੂੰ। ਬਾਕੀ ਇਸਰੋ ਬਾਰੇ ਅੱਗਾ ਪੜਾਂਗੇ ਆਪਾਂ। ਠੀਕ ਹੈ ਜੀ, ਟੈਨਸ਼ਨ ਵਾਲੀ ਕੋਈ ਗੱਲ ਨਹੀਂ। ਇੱਥੇ ਯਾਦ ਰੱਖਣ ਵਾਲਾ ਇਹੀ ਹੈ, ਇਨਕੋਸਪਰ ਦੀ ਫੁੱਲ ਫਾਰਮ ਕਦੋਂ ਬਣੀ ਹੈ? 1962। ਇਨਕੋਸਪਰ ਨੂੰ ਅੱਜ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ? ਇਸਰੋ ਨੂੰ, ਇਸਰੋ ਦੇ ਨਾਮ ਨਾਲ ਜਾਣਦੇ ਹਾਂ। ਇਸਰੋ ਦਾ ਪੁਰਾਣਾ ਨਾਮ ਕੀ ਸੀਗੇ? ਇਨਕੋਸਪਰ ਦਾ ਪਹਿਲਾ ਚੇਅਰਮੈਨ ਵਿਕਰਮ ਸਾਰਾਭਾਈ। ਠੀਕ ਹੈ, ਇਸਰੋ ਦਾ ਪਹਿਲਾ ਚੇਅਰਮੈਨ ਪੁੱਛਦੇ ਆ ਤਾਂ ਵੀ ਉਹੀ ਹੈ। ਓਕੇ, ਨੈਕਸਟ ਹੈ ਜੀ, who is known as father of ਇੰਡੀਅਨ ਨਿਊਕਲੀਅਰ ਪ੍ਰੋਗਰਾਮ। ਸਪੇਸ ਪ੍ਰੋਗਰਾਮ ਦਾ ਪਤਾ ਲੱਗ ਗਿਆ। ਹੁਣ ਕੁਐਸਚਨ ਹੈ ਜੀ ਨਿਊਕਲੀਅਰ ਪ੍ਰੋਗਰਾਮ ਦੇ ਉੱਤੇ। ਨਿਊਕਲੀਅਰ ਯਾਨੀ ਪਰਮਾਣੂ। ਤਾਂ ਪਰਮਾਣੂ ਰਿਸਰਚ ਨੂੰ ਲੈ ਕੇ, ਕੰਮ ਕਰਨ ਨੂੰ ਲੈ ਕੇ, ਸਾਰਾ ਕੁਝ ਸੰਸਥਾਵਾਂ ਵਗੈਰਾ ਬਣਾਉਣਾ। ਜਿਵੇਂ ਸਪੇਸ ਦੇ ਮਾਮਲੇ ਦੇ ਵਿੱਚ ਸਾਰਾ ਕੁਝ ਕੰਮ ਕਿਹਨੇ ਕਰਿਆ? ਸਾਰਾ ਕੁਝ ਕੰਮ ਕਰਿਆ ਵਿਕਰਮ ਸਾਰਾਭਾਈ ਨੇ ਸਪੇਸ ਨੂੰ ਲੈ ਕੇ। ਇਦਾਂ ਹੀ ਨਿਊਕਲੀਅਰ ਪ੍ਰੋਗਰਾਮ ਬਾਰੇ ਕਿਹਦਾ ਨਾਮ ਆਉਂਦਾ ਹੈ? ਉਹ ਆਉਂਦਾ ਹੈ ਹੋਮੀ ਜਹਾਂਗੀਰ ਭਾਭਾ ਦਾ। ਦਿਸ ਮੈਨ ਹੋਮੀ ਜਹਾਂਗੀਰ ਭਾਭਾ ਬਹੁਤ ਇੰਪੋਰਟੈਂਟ ਹੈ, ਯਾਦ ਰੱਖਣਾ ਇਹਨਾਂ ਬਾਰੇ। ਇਹਨਾਂ ਨੇ ਨਿਊਕਲੀਅਰ ਯਾਨੀ ਪਰਮਾਣੂ ਪ੍ਰੋਗਰਾਮ ਬਾਰੇ ਬਹੁਤ ਕੰਮ ਕਰੇ ਇੰਡੀਆ ਦੇ ਵਿੱਚ। 2-4 ਆਪਾਂ ਵੀ ਦੇਖ ਲੈਂਦੇ ਹਾਂ। ਠੀਕ ਹੈ, ਹੋਮੀ ਜਹਾਂਗੀਰ ਭਾਭਾ ਇਜ਼ ਨੋਨ ਐਜ਼ ਫਾਦਰ ਆਫ ਇੰਡੀਅਨ ਨਿਊਕਲੀਅਰ ਪ੍ਰੋਗਰਾਮ। ਇੰਡੀਅਨ ਨਿਊਕਲੀਅਰ ਪ੍ਰੋਗਰਾਮ ਦੇ ਪਿਤਾ ਇਹਨਾਂ ਨੂੰ ਕਿਹਾ ਜਾਂਦਾ ਹੈ। ਮੋਸਟ ਇੰਪੋਰਟੈਂਟ ਹੈ। ਠੀਕ ਹੈ, ਸਾਇੰਟਿਸਟ ਸੀਗੇ। ਚਲੋ ਇਹ ਤਾਂ ਨੋਰਮਲ ਜੀ ਗੱਲ ਹੈ। ਮੇਨ ਗੱਲ ਇੱਥੇ ਆਓ, ਇਹਨਾਂ ਨੇ ਬਈ ਭਾਭਾ ਐਟੋਮਿਕ ਰਿਸਰਚ ਸੈਂਟਰ ਬਣਾਇਆ। ਠੀਕ ਹੈ, ਆਪਣੇ ਨਾਂ ਦੇ ਉੱਤੇ ਨਹੀਂ ਬਣਾਇਆ, ਇਹ ਬਾਅਦ ਚ ਰੱਖਿਆ ਗਿਆ ਨਾ। ਪਹਿਲਾਂ ਉਹਦਾ ਨਾਂ ਪਤਾ ਕੀ ਸੀਗਾ? ਪਹਿਲਾਂ ਉਹਦਾ ਨਾਂ ਸੀਗਾ ਜੀ, ਦੇਖੋ ਇਸ ਲਾਈਨ ਨੂੰ ਬਾਅਦ ਚ ਪੜਾਂਗੇ, ਪਹਿਲਾਂ ਇਹ ਵਾਲੀ ਲਾਈਨ ਤੇ ਆਓ। ਡਾਕਟਰ ਹੋਮੀ ਜਹਾਂਗੀਰ ਭਾਭਾ ਨੇ ਇਸਟੈਬਲਿਸ਼ ਕਰਿਆ, ਮਤਲਬ ਬਣਾਇਆ, ਐਟੋਮਿਕ એનર્ਜੀ ਇਸਟੈਬਲਿਸ਼ਮੈਂਟ ਟਰੋਂਬੇ ਜਗ੍ਹਾ ਹੈਗੀ ਆ ਬੰਬੇ ਦੇ ਨੇੜੇ। ਇਹ ਬਣਾਈ ਆ 1954 ਦੇ ਵਿੱਚ। ਸੁਪਰ ਇੰਪੋਰਟੈਂਟ ਹੈ, ਆ ਜਾਂਦਾ ਹੈ ਕੁਐਸਚਨ। ਠੀਕ ਹੈ, ਐਟੋਮਿਕ એનર્ਜੀ ਇਸਟੈਬਲਿਸ਼ਮੈਂਟ ਬਣਾਇਆ ਇਹਨੇ ਟਰੋਂਬੇ ਦੇ ਵਿੱਚ 1954 ਦੇ ਵਿੱਚ। ਬਾਅਦ ਦੇ ਵਿੱਚ ਕੀ ਹੁੰਦਾ ਹੈ ਜੀ? ਹੋਮੀ ਜਹਾਂਗੀਰ ਭਾਭਾ ਜੀ ਦਾ ਐਕਸੀਡੈਂਟ ਹੋ ਜਾਂਦਾ ਹੈ। ਠੀਕ ਹੈ, ਐਕਸੀਡੈਂਟ ਕੀ? ਪਲੇਨ ਕ੍ਰੈਸ਼ ਦੇ ਵਿੱਚ ਇਹਨਾਂ ਦੀ ਡੈਥ ਹੋ ਜਾਂਦੀ ਹੈ। ਡੈਥ ਕੀ ਮਰਡਰ ਹੀ ਸੀਗਾ, ਪੂਰਾ ਪਲੇਨ ਹੀ ਕ੍ਰੈਸ਼ ਕਰਾ ਦਿੰਦੇ ਅਮਰੀਕਾ ਵਾਲੇ, ਇਹੋ ਜਿਹਾ ਸੁਣਨ ਨੂੰ ਮਿਲਦਾ ਹੈ, ਕਿਹਾ ਜਾਂਦਾ ਹੈ। ਠੀਕ ਹੈ, ਪਰ ਚਲੋ ਕੋਈ ਨਹੀਂ, ਆਪਾਂ ਨੇ ਮਤਲਬ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ। ਠੀਕ ਹੈ, ਤਾਂ ਹੁੰਦਾ ਕੀ ਹੈ ਵੀ ਫਿਰ ਇਹਨਾਂ ਦੀ ਡੈਥ ਤੋਂ ਬਾਅਦ ਇਹਨਾਂ ਦੀ ਯਾਦ ਦੇ ਵਿੱਚ ਹੀ ਇਹ ਜਿਹੜੀ ਸੰਸਥਾ ਇਹਨਾਂ ਨੇ ਬਣਾਈ ਸੀਗੀ ਐਟੋਮਿਕ એનર્ਜੀ ਇਸਟੈਬਲਿਸ਼ਮੈਂਟ 1966 ਦੇ ਵਿੱਚ ਇਹਦਾ ਨਾਮ ਬਦਲ ਕੇ ਇਹਨਾਂ ਦੇ ਨਾਂ ਤੇ ਹੀ ਰੱਖਿਆ ਗਿਆ। ਨਾਂ ਕੀ ਰੱਖਿਆ ਗਿਆ? ਭਾਭਾ ਐਟੋਮਿਕ ਰਿਸਰਚ ਸੈਂਟਰ। ਠੀਕ ਹੈ, ਤਾਂ ਭਾਭਾ ਐਟੋਮਿਕ ਰਿਸਰਚ ਸੈਂਟਰ ਉਹੀ ਸੰਸਥਾ ਹੈ ਜਿਹਦੀ ਪਹਿਲਾਂ ਐਟੋਮਿਕ એનર્ਜੀ ਇਸਟੈਬਲਿਸ਼ਮੈਂਟ ਸੀਗੀ। ਐਟੋਮਿਕ એનર્ਜੀ ਇਸਟੈਬਲਿਸ਼ਮੈਂਟ ਦਾ ਹੀ ਨਵਾਂ ਨਾਮ ਕੀ ਰੱਖਿਆ ਗਿਆ? ਭਾਭਾ ਐਟੋਮਿਕ ਰਿਸਰਚ ਸੈਂਟਰ। ਸੁਪਰ ਇੰਪੋਰਟੈਂਟ ਹੈ, ਡਾਇਰੈਕਟ ਪੁੱਛਦੇ ਆ ਭਾਭਾ ਐਟੋਮਿਕ ਰਿਸਰਚ ਸੈਂਟਰ ਕਿੱਥੇ ਹੈ? ਇਹ ਹੈਗਾ ਟਰੋਂਬੇ ਦੇ ਵਿੱਚ। ਕਿੱਥੇ ਹੈ ਬਈ? ਟਰੋਂਬੇ। ਯਾਦ ਰੱਖਣਾ ਹੈ, ਕੁਐਸਚਨ ਬਹੁਤ ਕਾਮਨ ਹੈ। ਭਾਭਾ ਐਟੋਮਿਕ ਰਿਸਰਚ ਸੈਂਟਰ ਜਿਹਨੂੰ ਆਪਾਂ BARC ਬੋਲਦੇ ਹਾਂ। ਠੀਕ ਹੈ, ਪਰਮਾਣੂ ਟੈਸਟ ਵਗੈਰਾ ਇਹਨਾਂ ਨੇ ਤਾਂ ਕਰੇ ਸੀਗੇ। ਠੀਕ ਹੈ, ਤਾਂ ਇਹ ਟਰੋਂਬੇ ਦੇ ਵਿੱਚ ਹੈ ਬਈ।
ਪਹਿਲਾ ਇਹਦਾ ਸੰਸਥਾਪਕ ਕੌਣ ਹੈ? ਡਾਕਟਰ ਹੋਮੀ ਜਹਾਂਗੀਰ ਭਾਭਾ, ਪਹਿਲੇ ਚੇਅਰਮੈਨ ਇਹੀ ਸੀਗੇ। ਬਸ ਇਹ ਯਾਦ ਰੱਖਣ ਤਾਂ ਸੇਮ ਉਹੀ ਚੀਜ਼ ਹੈ। ਇੰਡੀਅਨ ਨਿਊਕਲੀਅਰ ਫਿਜ਼ਿਸਟ ਵੂ ਫਾਊਂਡਡ ਦਾ ਭਾਭਾ ਐਟੋਮਿਕ ਰਿਸਰਚ ਸੈਂਟਰ, ਇਹਨਾਂ ਨੇ ਬਣਾਇਆ। ਇਸ ਤੋਂ ਇਲਾਵਾ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ, ਬਹੁਤ ਇੰਪੋਰਟੈਂਟ ਹੈ, ਡਾਇਰੈਕਟ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੈ। ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਕਿੱਥੇ ਹੈ, ਕਿਹਨੇ ਬਣਾਈ ਹੈ? ਕਿੱਥੇ ਹੈ ਤੁਸੀਂ ਦੱਸੋਗੇ ਕਮੈਂਟ ਕਰਕੇ। ਕਿਹਨੇ ਬਣਾਈ ਹੈ ਇਹ ਤਾਂ ਤੁਹਾਨੂੰ ਆਲਰੇਡੀ ਪਤਾ ਹੈ, ਹੋਮੀ ਜਹਾਂਗੀਰ ਭਾਭਾ ਨੇ ਬਣਾਈ ਹੈ। ਤਾਂ ਹੋਮੀ ਜਹਾਂਗੀਰ ਭਾਭਾ ਜੀ ਦੇ ਉੱਤੇ ਜਿੰਨੇ ਕੁਐਸਚਨ ਇਹ ਪੁੱਛੇ ਜਾ ਸਕਦੇ ਆ ਵਧੀਆ ਵਧੀਆ ਵਾਲੇ, ਇਹ ਆਪਾਂ ਨੇ ਸਾਰੇ ਕਰ ਲਏ ਭਾਈ। ਅੰਡਰਸਟੈਂਡ। ਚਲੋ ਫਿਰ ਅਗਲੇ ਕੁਐਸਚਨ ਤੇ ਆ। ਵਿਗਿਆਨ ਅਤੇ ਉਦਯੋਗਿਕ ਖੋਜ ਵਿਭਾਗ ਯਾਨੀ ਡਿਪਾਰਟਮੈਂਟ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ DSIR, ਇਹ ਕਦੋਂ ਬਣਾਇਆ ਗਿਆ ਆਪਣੀ ਇੰਡੀਆ ਦੇ ਵਿੱਚ? ਆਪਣੀ ਇੰਡੀਆ ਦੀ ਡਿਪਾਰਟਮੈਂਟ ਹੈ, ਇਹ ਬਣਾਇਆ ਗਿਆ ਸੀਗਾ 1985 ਦੇ ਵਿੱਚ। ਕਦੋਂ ਬਣਾਇਆ ਗਿਆ? 1985। ਬਸ ਇੰਨਾ ਹੀ ਯਾਦ ਰੱਖਣਾ ਹੈ, ਬਹੁਤ ਹੈ, ਸਿੰਪਲ ਹੈ, ਠੀਕ ਹੈ। ਚਲੋ ਨੈਕਸਟ ਆਓ। MIRV ਦੀ ਫੁੱਲ ਫਾਰਮ। ਤਾਂ ਫੁੱਲ ਫਾਰਮ ਦੇ ਉੱਤੇ ਕੁਐਸਚਨ ਬਹੁਤ ਕਾਮਨ ਹੈ ਵੀ ਪੁੱਛੇ ਜਾਂਦੇ ਆ, ਤੇ ਸਾਇੰਸ ਐਂਡ ਟੈਕਨੋਲੋਜੀ ਦੇ ਫੀਲਡ ਨਾਲ ਜਿੰਨੀ ਰਿਲੇਟਡ ਹੈਗੀ ਹੈ ਮੈਂ ਤੁਹਾਨੂੰ ਸਾਰੀ ਕਰਾ ਦੂੰਗਾ, ਟੈਨਸ਼ਨ ਨਾ ਲਓ, ਠੀਕ ਹੈ। ਤਾਂ MIRV ਇੱਕ ਤਰ੍ਹਾਂ ਦਾ ਵਹੀਕਲ ਹੁੰਦਾ ਹੈ ਜਿਹਨੂੰ ਆਪਾਂ ਬੋਲਦੇ ਹਾਂ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵਹੀਕਲ। ਕੱਲੇ ਕੱਲੇ ਵਰਡ ਦਾ ਮਤਲਬ ਸਮਝ ਲਿਓ, ਸਿੰਪਲ ਹੈ ਨਾ। ਮਲਟੀਪਲ ਬਹੁਤ ਜ਼ਿਆਦਾ, ਇੰਡੀਪੈਂਡੈਂਟਲੀ ਆਜ਼ਾਦੀ ਨਾਲ ਆਪਣਾ ਕੁਝ ਵੀ ਹੈ ਨਾ, ਟਾਰਗੇਟ ਤੇ ਜਾਣਾ, ਰੀ ਐਂਟਰੀ ਦੁਬਾਰੇ ਐਂਟਰੀ, ਵਹੀਕਲ ਵਾਹਨ, ਬਸ ਇੰਨਾ ਕੁ ਯਾਦ ਰੱਖਣ ਦੀ ਲੋੜ ਹੈ, ਹੋਰ ਕੁਝ ਨਹੀਂ। MIRV ਦੀ ਫੁੱਲ ਫਾਰਮ, ਓਕੇ। ਚਲੋ ਨੈਕਸਟ। A drug named leukoskine developed by Defense Research Development Organization DRDO is being used in the treatment of। ਤਾਂ Defense Research Development Organization ਜਿਹੜੀ ਆਪਣੀ ਹੈਗੀ ਆ DRDO ਬਈ, DRDO ਇੱਕ ਡਿਪਾਰਟਮੈਂਟ ਹੈ ਆਪਣਾ ਜਿਹੜਾ ਡਿਫੈਂਸ ਨੂੰ ਲੈ ਕੇ ਰਿਸਰਚ ਕਰਦਾ। ਦੇਖੋ ਇਹਦੇ ਨਾਂ ਤੋਂ ਹੀ ਜਾਓ, ਡਿਫੈਂਸ ਰਿਸਰਚ, ਡਿਫੈਂਸ ਸੈਕਟਰ ਦੇ ਉੱਤੇ ਰਿਸਰਚ ਕਰਦਾ ਹੈ। ਰਿਸਰਚ ਤੋਂ ਇਲਾਵਾ ਇਹ ਡਿਵੈਲਪਮੈਂਟ ਵੀ ਕਰਦਾ ਹੈ, ਰਿਸਰਚ ਕਰਦਾ ਕੋਈ ਚੀਜ਼, ਸੋਚਦਾ ਹੈ, ਬਣਾਉਂਦੇ ਵੀ ਹੈ, ਤੇ ਉਹ ਆਪਣੀ ਡਿਫੈਂਸ ਵਾਲੇ ਯੂਜ਼ ਵੀ ਕਰਦੇ ਆ। ਸਮਝਿਓ ਨਾ ਗੱਲ ਨੂੰ, ਜਿਵੇਂ ਇਸਰੋ ਹੋ ਗਈ ਉਦਾਂ ਹੀ DRDO ਹੈ, ਸਮਝਿਓ। ਸਪੇਸ ਵਾਸਤੇ ਕੰਮ ਕੌਣ ਕਰਦਾ ਹੈ? DRDO ਕਰਦਾ ਹੈ। ਡਿਫੈਂਸ ਵਾਸਤੇ ਰਿਸਰਚ ਕੌਣ ਕਰਦਾ ਹੈ? ਸੌਰੀ, ਸਪੇਸ ਵਾਸਤੇ ਕੰਮ ਕੌਣ ਕਰਦਾ ਹੈ? ਇਸਰੋ ਕਰਦਾ ਹੈ। ਸਪੇਸ ਵਾਸਤੇ ਰਿਸਰਚ ਕੌਣ ਕਰਦਾ ਹੈ? ਇਸਰੋ, ਕੰਮ ਵੀ ਇਸਰੋ ਕਰਦਾ ਹੈ। ਡਿਫੈਂਸ ਵਾਸਤੇ ਇੱਕ ਰਿਸਰਚ ਅਤੇ ਡਿਵੈਲਪਮੈਂਟ ਕੌਣ ਕਰਦਾ ਹੈ? DRDO, ਠੀਕ ਹੈ, ਦਿੱਲੀ ਦੇ ਵਿੱਚ ਹੈਗਾ। ਇਹਦੇ ਬਾਰੇ ਵੀ ਆਪਾਂ ਪੜ੍ਹਦੇ ਹਾਂ। ਇਹਨਾਂ ਨੇ ਇੱਕ ਦਵਾਈ ਬਣਾਈ ਹੈ ਲਿਊਕੋਸਕਿਨ, ਠੀਕ ਹੈ, ਬਣਾਈ ਨਹੀਂ, ਬਹੁਤ ਪਹਿਲਾਂ ਬਣਾਈ ਸੀਗੀ ਲਿਊਕੋਸਕਿਨ ਇੱਕ ਦਵਾਈ ਬਣਾਈ ਹੈ। ਕਿਹੜੀ ਬਿਮਾਰੀ ਦੇ ਇਲਾਜ ਦੇ ਵਿੱਚ ਵਰਤੀ ਜਾਂਦੀ ਹੈ ਲਿਊਕੋਸਕਿਨ ਬਈ ਲਿਊਕੋਡਰਮਾ ਬਿਮਾਰੀ ਦੇ ਇਲਾਜ ਦੇ ਵਿੱਚ ਵਰਤੀ ਜਾਂਦੀ ਹੈ। ਲਿਊਕੋਡਰਮਾ ਇੱਕ ਲਿਊਕੋਡਰਮਾ ਜਿਹੜੀ ਬਿਮਾਰੀ ਹੈ ਸਕਿਨ ਦੀ ਬਿਮਾਰੀ ਹੈ। ਕਿਹੜੀ ਬਿਮਾਰੀ ਹੈ? ਸਕਿਨ ਦੀ। ਕਈ ਵਾਰ ਕੁਐਸਚਨ ਨਾ ਡਾਇਰੈਕਟ ਵੀ ਆ ਜਾਂਦਾ ਹੈ, ਜਨਰਲ ਸਾਇੰਸ 'ਚ ਆਪਾਂ ਪੜਾਂਗੇ ਕਿ ਲਿਊਕੋਡਰਮਾ ਕਿਹੜੇ ਅੰਗ ਦੀ ਬਿਮਾਰੀ ਹੈ? ਸਕਿਨ ਦੀ ਬਿਮਾਰੀ ਹੈ, ਠੀਕ ਹੈ। ਤੇ ਇਸ ਬਿਮਾਰੀ ਦੇ ਇਲਾਜ ਵਾਸਤੇ DRDO ਨੇ ਇੱਕ ਦਵਾਈ ਬਣਾਈ ਸੀ ਲਿਊਕੋਸਕਿਨ, ਓਕੇ। ਤੇ ਇੱਥੇ ਇੱਕ ਬਿਮਾਰੀ ਹੋਰ ਦੇਖੋ, ਲੂਕੇਮੀਆ। ਬਾਇਓਲੋਜੀ ਦੇ ਕੁਐਸਚਨ ਹੈ, ਚਲੋ ਆਪਾਂ ਟੈਕਨੋਲੋਜੀ ਦੇ ਵਿੱਚ ਆ ਗਏ ਤਾਂ ਇੱਕ ਅੱਧਾ ਪੜ੍ਹ ਲੈਂਦੇ ਹਾਂ। ਟੈਕਨੋਲੋਜੀ ਵੈਸੇ ਤਾਂ ਟੈਕਨੋਲੋਜੀ ਤੋਂ ਹੀ ਹੈ ਕੁਐਸਚਨ। ਲੂਕੇਮੀਆ ਬਲੱਡ ਕੈਂਸਰ ਹੁੰਦਾ ਬਈ। ਲੂਕੇਮੀਆ ਕੀ ਹੁੰਦਾ? ਬਲੱਡ ਕੈਂਸਰ, ਠੀਕ ਹੈ, ਖੂਨ ਦਾ ਕੈਂਸਰ ਜਿਹਨੂੰ ਆਪਾਂ ਬੋਲਦੇ ਹਾਂ। ਇਹ ਕਿਉਂ ਹੁੰਦਾ? ਕਿਉਂਕਿ ਆਪਣੇ ਸਰੀਰ ਦੇ ਵਿੱਚ ਨਾ ਜਿਹੜਾ ਬਲੱਡ ਹੈ, ਬਲੱਡ ਦੇ ਵਿੱਚ ਇੱਕ ਸੈੱਲ ਹੁੰਦਾ WBC, ਵਾਈਟ ਬਲੱਡ ਸੈੱਲ। ਆਪਾਂ ਨੇ ਸੁਣਿਆ ਹੋਣਾ ਕਿ ਆਪਣੇ ਖੂਨ ਦੇ ਵਿੱਚ ਬਈ ਲਾਲ ਸੈੱਲ ਹੁੰਦੇ ਆ, ਸਫੇਦ ਸੈੱਲ ਹੁੰਦੇ ਆ, ਹਨਾ, ਪਲੇਟਲੈਟਸ ਹੁੰਦੇ ਆ। ਪੰਜਾਬ ਵਾਲੀ ਤਾਂ ਪਲੇਟਾਂ ਹੀ ਕਹੀ ਜਾਂਦੇ ਆ, ਪਲੇਟਾਂ, ਹਨਾ। ਤਾਂ ਵਾਈਟ ਬਲੱਡ ਸੈੱਲ ਜਿਹੜੇ ਹੈਗੇ ਆ ਇਹ ਇਨਕਰੀਜ਼ ਹੋਣੇ ਸਟਾਰਟ ਹੋ ਜਾਂਦੇ ਆ ਬਹੁਤ ਜ਼ਿਆਦਾ, ਠੀਕ ਹੈ ਨਾ। ਤਾਂ ਲਿਊਕੇਮੀਆ ਹੋ ਜਾਂਦਾ ਹੈ, ਠੀਕ ਹੈ। ਇਹਨੂੰ ਆਪਾਂ ਬਲੱਡ ਕੈਂਸਰ ਬੋਲਦੇ ਆ, ਓਕੇ, ਬਲੱਡ ਕੈਂਸਰ ਬੋਲਦੇ ਆ। ਬਲੱਡ ਕੈਂਸਰ ਦੇ ਵਿੱਚ ਵਾਈਟ ਬਲੱਡ ਸੈੱਲ ਵਧਣੇ ਸ਼ੁਰੂ ਹੋ ਜਾਂਦੇ ਆ, ਲੂਕੇਮੀਆ ਹੋ ਜਾਂਦਾ ਹੈ, ਬਲੱਡ ਕੈਂਸਰ ਹੈ, ਬਸ ਇੰਨਾ ਯਾਦ ਰੱਖਣਾ। ਬਾਕੀ ਲਿਊਕੋਡਰਮਾ ਸਕਿਨ ਦੀ ਬਿਮਾਰੀ ਹੈ, ਉਸ ਸਕਿਨ ਦੀ ਬਿਮਾਰੀ ਵਾਸਤੇ ਜਿਹੜੀ ਦਵਾਈ ਬਣਾਈ ਗਈ ਲਿਊਕੋਸਕਿਨ, DRDO ਨੇ ਬਣਾਈ ਸੀਗੀ। DRDO ਬਾਰੇ 2-4 ਗੱਲਾਂ ਦੇਖ ਲਓ। ਪਹਿਲੀ ਗੱਲ, DRDO ਦੀ ਫੁੱਲ ਫਾਰਮ ਬਹੁਤ ਇੰਪੋਰਟੈਂਟ ਹੈ, ਕਈ ਵਾਰ ਆ ਚੁੱਕਿਆ ਪੇਪਰ ਦੇ ਵਿੱਚ, ਠੀਕ ਹੈ। ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ, ਡਿਫੈਂਸ ਵਾਸਤੇ ਰਿਸਰਚ ਕਰਦੇ ਆ, ਫਿਰ ਡਿਵੈਲਪ ਕਰਨ ਵਾਲੀ ਸੰਸਥਾ। ਡਿਫੈਂਸ ਵਾਸਤੇ ਰਿਸਰਚ ਅਤੇ ਡਿਵੈਲਪਮੈਂਟ ਕਰਨ ਵਾਲੀ ਸੰਸਥਾ ਨੂੰ DRDO ਬੋਲਦੇ ਆ। ਕਦ ਬਣੀ ਹੈ? ਸੁਪਰ ਇੰਪੋਰਟੈਂਟ। ਤੇ ਕਿੱਥੇ ਹੈੱਡਕੁਆਟਰ ਹੈ? 1958 ਦੇ ਵਿੱਚ ਬਣੀ ਹੈ। ਹੈੱਡਕੁਆਟਰ ਦਿੱਲੀ ਦੇ ਵਿੱਚ ਹੈਗਾ। ਇੱਕ ਸਪੈਸ਼ਲ ਬਿਲਡਿੰਗ ਇਹਨਾਂ ਦੀ ਹੈਗੀ ਹੈ DRDO ਭਵਨ, ਨਵੀਂ ਦਿੱਲੀ। ਇਹਨਾਂ ਦਾ ਮੋਟੋ, ਇਹਨਾਂ ਦਾ ਉਦੇਸ਼ ਕੀ ਹੈ? ਸਟਰੈਂਥਸ ਓਰੀਜਨ ਇਜ਼ ਇਨ ਸਾਇੰਸ। ਬਲ ਦਾ ਜਿਹੜਾ ਓਰੀਜਨ ਹੈ, ਉਤਪੱਤੀ ਹੈ, ਮੂਲ ਹੈ, ਉਹ ਵਿਗਿਆਨ ਦੇ ਵਿੱਚੋਂ ਹੈ, ਹਨਾ। ਤਾਂ ਇਹ ਯਾਦ ਰੱਖਣਾ। ਸੰਸਕ੍ਰਿਤ ਦੇ ਵਿੱਚ ਵੀ ਯਾਦ ਰੱਖ ਸਕਦੇ ਹੋ, ਜਿਹੜੀ ਮੈਨੂੰ ਪੜ੍ਹਨੀ ਨਹੀਂ ਆਉਂਦੀ। ਬਲਸਿਆ ਮੂਲਮ ਵਿਗਿਆਨਮ, ਇਹ ਪ੍ਰੋਨਾਂਸੀਏਸ਼ਨ ਹੈ ਇਸ ਵਰਡ ਦੀ, ਬਲਸਿਆ ਮੂਲਮ ਵਿਗਿਆਨਮ, ਹਨਾ, ਮੇ ਬੀ।
ਜੇ ਗਲਤੀ ਹੈ ਤਾਂ ਦੱਸਿਓ ਬਈ ਜਿਹਨੂੰ ਸੰਸਕ੍ਰਿਤ ਆਉਂਦੀ ਹੈ। ਚੇਅਰਮੈਨ ਬਈ ਤੁਸੀਂ ਦੱਸੋਗੇ, ਕਿਉਂਕਿ ਡੀਆਰਡੀਓ ਦਾ ਚੇਅਰਮੈਨ, ਇਹ ਤਾਂ ਕੋਈ ਇਹ ਨਹੀਂ ਕਿ ਹਾਂ ਤੁਸੀਂ ਟੈਕਨੋਲੋਜੀ ਪੜ੍ਹੀ ਹੋਣੀ ਚਾਹੀਦੀ ਹੈ, ਤਾਂ ਬੇਸਿਕ ਜੀ ਗੱਲ ਹੈ। ਡੀਆਰਡੀਓ ਦਾ ਚੇਅਰਮੈਨ ਇਸ ਟਾਈਮ ਕੌਣ ਹੈ? ਜੇ ਨਹੀਂ ਪਤਾ ਸਰਚ ਕਰਕੇ ਦੱਸੋਗੇ, ਪਰ ਬਈ ਦੱਸੋਗੇ ਜ਼ਰੂਰ ਕਮੈਂਟ ਕਰਕੇ। ਰਿਸਪੌਂਸ ਤੁਹਾਡੇ ਵੱਲੋਂ ਬਹੁਤ ਘੱਟ ਹੁੰਦਾ ਮੇਰੀ ਵੀਡੀਓ ਤੇ, ਤੁਸੀਂ ਕਮੈਂਟ ਨਹੀਂ ਕਰਦੇ ਬਸ। ਹਾਂਜੀ ਨੈਕਸਟ ਆਓ। ਵਧੀਆ ਲੱਗਦੀ ਹੈ ਤਾਂ ਸ਼ੇਅਰ ਤਾਂ ਕਰ ਦਿਆ ਕਰੋ, ਠੀਕ ਹੈ, ਕਮੈਂਟ ਕਰ ਦਿਆ ਕਰੋ, ਮੋਟੀਵੇਸ਼ਨ ਮਿਲਦੀ ਹੈ ਸਾਨੂੰ ਵੀ। ਭਾਰਤ ਦੀ ਮਿਜ਼ਾਈਲ ਵੂਮੈਨ ਦੇ ਨਾਂ ਨਾਲ ਕੌਣ ਮਸ਼ਹੂਰ ਹੈ? ਮਿਸਾਈਲ ਵੂਮੈਨ, ਮਿਸਾਈਲ ਮੈਨ ਤਾਂ ਆਪਾਂ ਨੇ ਸੁਣਿਆ ਡਾਕਟਰ ਏਪੀਜੇ ਅਬਦੁਲ ਕਲਾਮ ਨੂੰ ਕਹਿੰਦੇ ਆ, ਮਿਸਾਈਲ ਵੂਮੈਨ ਵੀ ਹੈਗੀ ਆਪਣੇ ਕੋਲ, ਉਹ ਕੌਣ ਹੈ? ਤਾਂ ਮਿਸਾਈਲ ਵੂਮੈਨ ਹੈਗੀ ਹੈ ਅਗਨੀ 5। ਤੁਹਾਨੂੰ ਸੁਣਿਆ, ਤੁਸੀਂ ਸੁਣਿਆ ਅਗਨੀ 5 ਇੱਕ ਮਿਸਾਈਲ ਹੈ ਆਪਣੀ, ਅਗਨੀ 5 ਬਹੁਤ ਦੂਰੀ ਇਹਦੀ ਹੈਗੀ ਹੈ। ਤੇ ਬਹੁਤ ਮਤਲਬ ਜਦੋਂ ਅਗਨੀ 5 ਜਦੋਂ ਆਪਾਂ ਨੇ ਮਤਲਬ ਡਿਵੈਲਪ ਕਰੀ ਹੈ, ਚਾਈਨਾ ਹੋ ਗਿਆ, ਹੋਰ ਕੰਟਰੀਆਂ ਹੋ ਗਈ, ਬਹੁਤ ਟੈਨਸ਼ਨਬਾਜ਼ੀ 'ਚ ਹੋ ਗਏ ਉਹ, ਕਿ ਅਗਨੀ 5 ਇੰਨੀ ਦੂਰੀ ਵਾਲੀ ਇਹ ਮਿਸਾਈਲ ਹੈ ਨਾ। ਤਾਂ ਅਗਨੀ 5 ਦੇ ਡਿਵੈਲਪਮੈਂਟ ਦੇ ਵਿੱਚ ਬਹੁਤ ਰੋਲ ਹੈ, ਠੀਕ ਹੈ। ਡਾਕਟਰ ਥੇਸੀ ਥੋਮਸ, ਡਾਕਟਰ ਥੇਸੀ ਥੋਮਸ ਬਹੁਤ ਇੰਪੋਰਟੈਂਟ ਹੈ। ਇਹ ਹੈਗੀ ਹੈ ਜੀ ਅਗਨੀਪੁੱਤਰੀ ਦੇ ਨਾਮ ਤੋਂ ਵੀ ਫੇਮਸ ਹੈ। ਕਿਸ ਦੇ ਨਾਮ ਤੋਂ? ਅਗਨੀਪੁੱਤਰੀ, ਯਾਦ ਰੱਖਣਾ ਹੈ। ਮੀਟ ਅਗਨੀਪੁੱਤਰੀ, ਦੇਖੋ ਲਿਖ ਰੱਖਿਆ ਨਾ। ਤਾਂ ਅਗਨੀਪੁੱਤਰੀ ਕੌਣ ਹੈ? ਇਹ ਵੀ ਕੁਐਸਚਨ ਆ ਚੁੱਕਿਆ। ਅਗਨੀਪੁੱਤਰੀ ਆਪਾਂ ਕਿਹਨੂੰ ਕਹਿੰਦੇ ਆ? ਮਿਸਾਈਲ ਵੂਮੈਨ ਆਫ ਇੰਡੀਆ ਡਾਕਟਰ ਟੇਸੀ ਥੋਮਸ। ਅਗਨੀ 5 ਇਹ ਮਿਸਾਈਲ ਪਿੱਛੇ ਹੈਗੀ ਹੈ। ਅਗਨੀ 5 ਦੇ ਡਿਵੈਲਪਮੈਂਟ ਦੇ ਵਿੱਚ ਬਹੁਤ ਜ਼ਿਆਦਾ ਰੋਲ ਇਹਨਾਂ ਦਾ ਹੈਗਾ। ਓਕੇ, ਕਈ ਪ੍ਰੋਜੈਕਟ ਦੀ ਹੈੱਡ ਵੀ ਰਹੀ ਹੈ। ਅਗਨੀ 5 ਦਾ ਹੈੱਡ ਇਹੀ ਸੀਗੀ, ਠੀਕ ਹੈ। ਤੇ ਪਹਿਲੀ ਵੂਮੈਨ ਹੈ ਜਿਹੜੀ ਹੈੱਡ ਵੀ ਰਹੀ ਹੈ ਕਿਸੇ ਮਿਸਾਈਲ ਦੇ ਪ੍ਰੋਗਰਾਮ ਵਗੈਰਾ ਦਾ। ਬਾਕੀ ਇਹਦਾ ਸੌਖਾ ਹੀ ਕੁਐਸਚਨ ਹੈ, ਮਿਸਾਈਲ ਮੈਨ ਆਫ ਇੰਡੀਆ ਡਾਕਟਰ ਏਪੀਜੇ ਅਬਦੁਲ ਕਲਾਮ, ਠੀਕ ਹੈ। ਡਾਕਟਰ ਏਪੀਜੇ ਅਬਦੁਲ ਕਲਾਮ ਕੁਐਸਚਨ ਤੁਹਾਨੂੰ ਪੁੱਛਿਆ ਹੋਇਆ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਬਈ ਆਪਣੇ ਇੰਡੀਆ ਦੇ ਕਿੰਨੇ ਰਾਸ਼ਟਰਪਤੀ ਰਹੇ ਹੈ ਡਾਕਟਰ ਏਪੀਜੇ ਅਬਦੁਲ ਕਲਾਮ, ਠੀਕ ਹੈ। ਬਹੁਤ ਜੀ ਬੁੱਕਸ ਇਹਨਾਂ ਦੀ ਹੈਗੀ ਹੈ, ਉਹ ਵੀ ਦੇਖ ਲਿਓ ਇੱਕ ਵਾਰ। ਹਾਂਜੀ, ਇਹ ਬਹੁਤ ਵਧੀਆ ਕੁਐਸਚਨ ਹੈ ਜੀ। ਉਸ ਯੰਤਰ ਦਾ ਨਾਂ ਕੀ ਹੈ ਜੋ ਧਰਤੀ ਦੇ ਸਟੇਸ਼ਨ ਤੋਂ ਸਿਗਨਲ ਪ੍ਰਾਪਤ ਕਰਦਾ ਹੈ ਅਤੇ ਉਹਨਾਂ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਸੰਚਾਰਿਤ ਕਰਦਾ ਹੈ? ਓਕੇ, ਠੀਕ ਹੈ। ਆਪਣੀ ਧਰਤੀ ਦੇ ਉੱਤੇ ਇਦਾਂ ਦੇ ਟਾਵਰ ਲੱਗੇ ਹੁੰਦੇ ਆ, ਠੀਕ ਹੈ, ਅਪ ਲਿੰਕ ਡਾਊਨ ਲਿੰਕ, ਹੈ ਨਾ। ਧਰਤੀ ਦੇ ਉੱਤੋਂ ਕੀ ਹੈ ਜਿਹੜਾ ਸਿਗਨਲ ਹੈ ਉੱਪਰ ਜਾਂਦਾ ਹੈ ਸੈਟੇਲਾਈਟ ਦੇ ਕੋਲ, ਜਿਹੜੇ ਆਪਾਂ ਸੈਟੇਲਾਈਟ ਛੱਡ ਕੇ ਰੱਖਦੇ ਆ ਆਪਣੀ ਧਰਤੀ ਦੇ ਆਲੇ ਦੁਆਲੇ, ਹੈ ਨਾ। ਤਾਂ ਸੈਟੇਲਾਈਟ ਦੇ ਵਿੱਚ ਇੱਕ ਯੰਤਰ ਲੱਗੇ ਹੋਇਆ ਹੁੰਦਾ ਹੈ ਜੀ। ਉਹ ਯੰਤਰ ਕੀ ਕਰਦਾ ਹੈ? ਸਿਗਨਲ ਨੂੰ ਰਿਸੀਵ ਕਰਦਾ ਹੈ ਤੇ ਉਹਨੂੰ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਭੇਜ ਦਿੰਦਾ ਹੈ। ਤਾਂ ਹੀ ਤਾਂ ਆਪਾਂ ਅੱਜ ਕੱਲ੍ਹ ਸਭ ਕੁਝ ਵਾਇਰਲੈਸ ਹੁੰਦਾ ਜਾ ਰਿਹਾ ਹੈ। ਮੋਬਾਈਲ ਵਗੈਰਾ, ਪਹਿਲਾਂ ਟੈਲੀਫੋਨ ਜਿਹੜੇ ਹੁੰਦੇ ਸੀਗੇ ਤਾਰ ਵਾਲੇ, ਹੁਣ ਅੱਜ ਕੱਲ੍ਹ ਮੋਬਾਈਲ ਹੈ ਤੇ 5G 4G ਆ ਗਿਆ ਸਾਰਾ ਕੁਝ। ਇਹ ਸਾਰਾ ਕੁਝ ਸਿਗਨਲ ਆਪਾਂ ਨੂੰ ਪ੍ਰਾਪਤ ਕੀਤੇ ਹੁੰਦੇ ਆ, ਤੇ ਕੌਣ ਇਹਨਾਂ ਸਿਗਨਲ ਨੂੰ ਕਨਵਰਟ ਕਰਕੇ ਉੱਪਰ ਤੋਂ ਭੇਜਦਾ ਥੱਲੇ ਤੱਕ? ਉਹ ਕਰਦਾ ਕੰਮ ਸੈਟੇਲਾਈਟ ਦੇ ਵਿੱਚ ਹੁੰਦਾ ਟਰਾਂਸਪੋਂਡਰ। ਕਿੱਥੇ ਹੈ ਟਰਾਂਸਪੋਂਡਰ? ਇਹ ਹੈਗਾ ਟਰਾਂਸਪੋਂਡਰ। ਬਹੁਤ ਵਧੀਆ ਕੁਐਸਚਨ ਹੈ, ਬੜੀਆ ਲੈਵਲ ਦਾ ਕੁਐਸਚਨ ਹੈ। ਟਰਾਂਸਪੋਂਡਰ ਹੈ ਬਈ, ਠੀਕ ਹੈ, ਯਾਦ ਰੱਖਣਾ ਟਰਾਂਸਪੋਂਡਰ। ਓਕੇ, ਚਲੋ ਨੈਕਸਟ ਆਓ। ਤਾਮਿਲਨਾਡੂ ਦੇ ਵਿੱਚ ਕੁੰਡਮਕੁਲਮ ਨਿਊਕਲੀਅਰ ਪਾਵਰ ਸਟੇਸ਼ਨ ਹੈ ਜੀ, ਤਾਮਿਲਨਾਡੂ ਦੇ ਵਿੱਚ ਹੈ, ਮਤਲਬ ਬਣ ਰਿਹਾ, ਸਥਾਪਿਤ ਕਰ ਰਹੇ ਹਾਂ ਆਪਾਂ। ਕਿਹੜੇ ਦੇਸ਼ ਦੀ ਮਦਦ ਨਾਲ ਕਰ ਰਹੇ ਹਾਂ? ਤੇ ਬਹੁਤ ਕੰਟਰੋਵਰਸੀ ਦੇ ਵਿੱਚ ਰਹਿੰਦਾ, ਕਿਉਂਕਿ ਜਿੱਥੇ ਵੀ ਨਿਊਕਲੀਅਰ ਪਾਵਰ ਸਟੇਸ਼ਨ ਲੱਗਣਾ ਹੁੰਦਾ ਹੈ ਨਾ, ਉੱਥੇ ਕੰਟਰੋਵਰਸੀ ਹੁੰਦੀ ਹੈ, ਠੀਕ ਹੈ। ਪਤਾ ਸਾਰਿਆਂ ਨੂੰ ਨਿਊਕਲੀਅਰ ਪਾਵਰ ਸਟੇਸ਼ਨ ਹੁੰਦਾ ਕੀ ਹੈ? ਨਿਊਕਲੀਅਰ ਪਾਵਰ ਸਟੇਸ਼ਨ ਜਾਂ ਨਿਊਕਲੀਅਰ ਪਾਵਰ ਪਲਾਂਟ ਵੀ, ਜਿੱਥੇ ਆਪਾਂ ਪਰਮਾਣੂ ਕਿਰਿਆ ਕਰਕੇ ਯੂਰੇਨੀਅਮ ਜਾਂ ਪਲੂਟੋਨੀਅਮ, ਹੈ ਨਾ, ਥੋਰੀਅਮ, ਇਹਨਾਂ ਦਾ ਇਸਤੇਮਾਲ ਕਰਕੇ, ਪਰਮਾਣੂ ਕਿਰਿਆ ਕਰਕੇ ਆਪਾਂ ਬਿਜਲੀ ਪੈਦਾ ਕਰਦੇ ਹਾਂ। ਬਹੁਤ ਹੀ ਘੱਟ ਯੂਜ਼, ਮਤਲਬ ਫਿਊਲ ਦਾ ਇਸਤੇਮਾਲ ਕਰਕੇ ਬਹੁਤ ਜ਼ਿਆਦਾ ਇਲੈਕਟ੍ਰੀਸਿਟੀ, ਬਹੁਤ ਜ਼ਿਆਦਾ ਮਤਲਬ એનર્ਜੀ, ਹੀਟ ਆਪਾਂ ਪੈਦਾ ਕਰ ਲੈਂਦੇ ਹਾਂ, ਠੀਕ ਹੈ। ਬਸ ਖਤਰਾ ਇਹੀ ਹੈ ਉਹਦਾ ਕਿ ਜੇ ਉੱਥੇ ਕੁਝ ਮਿਸ ਹੈਪਨਿੰਗ ਹੋ ਗਈ, ਪੂਰੇ ਦੇ ਪੂਰੇ ਸ਼ਹਿਰ ਤਬਾਹ ਹੋ ਜਾਂਦੇ ਆ, ਠੀਕ ਹੈ ਨਾ, ਉਹ ਨੁਕਸਾਨ ਹੈ। ਤਾਂ ਇਸ ਕਰਕੇ ਜਿੱਥੇ ਵੀ ਇਹ ਲਗਾਏ ਜਾਂਦੇ ਆ ਬਹੁਤ ਕੰਟਰੋਵਰਸੀ ਹੁੰਦੀ ਹੈ, ਬਹੁਤ ਜ਼ਿਆਦਾ ਖਰਚਾ ਆਉਂਦਾ ਹੈ। ਓਕੇ, ਤਾਂ ਆਪਾਂ ਕਿਸੇ ਨਾ ਕਿਸੇ ਦੇਸ਼ ਤੋਂ ਹੈਲਪ ਹੋ ਹੀ ਜਾਂਦੀ ਹੈ ਆਪਣੀ। ਤਾਂ ਕੁੰਡਨਕੁਲਮ ਵਾਸਤੇ ਹੈਲਪ ਕਰੀ ਆਪਣੀ ਰਸ਼ੀਆ ਨੇ। ਕਿਹਨੇ ਹੈਲਪ ਕਰੀ ਹੈ? ਰਸ਼ੀਆ ਨੇ। ਆਪਣੇ ਇੰਡੀਆ ਦੇ ਵਿੱਚ ਬਹੁਤ ਜਿਹੇ ਨਿਊਕਲੀਅਰ ਪਾਵਰ ਪਲਾਂਟ ਹੈਗੇ ਆ, ਤੇ ਜੇ ਤੁਹਾਨੂੰ ਪੁੱਛਿਆ ਜਾਂਦਾ, ਇਹ ਟੇਬਲ ਯਾਦ ਹੋਣਾ ਚਾਹੀਦਾ, ਕੁਐਸਚਨ ਬਾਹਰੋਂ ਨਹੀਂ ਆਏਗਾ, ਇਹਨਾਂ ਮੈਨੂੰ ਪਤਾ ਹੈ, ਠੀਕ ਹੈ ਜੀ। ਇਹ ਸਾਰੇ ਸਕਰੀਨਸ਼ਾਟ ਵਾਲੇ ਸਕਰੀਨਸ਼ਾਟ ਲੈ ਲਓ, ਜਿਨ੍ਹਾਂ ਕੋਲ PDF ਹੈ ਉਹਨਾਂ ਕੋਲ ਤਾਂ ਹੈਗਾ ਹੀ ਹੈ, ਠੀਕ ਹੈ। ਨਿਊਕਲੀਅਰ ਪਾਵਰ ਪਲਾਂਟ, ਸਭ ਤੋਂ ਪਹਿਲਾ ਕੰਮ ਤੁਹਾਡਾ ਹੈਗਾ, ਤੁਹਾਨੂੰ ਲੋਕੇਸ਼ਨ ਯਾਦ ਹੋਣੀ ਚਾਹੀਦੀ ਹੈ, ਸੁਪਰ ਇੰਪੋਰਟੈਂਟ, ਠੀਕ ਹੈ। ਕਿਹੜੇ ਦੇਸ਼ ਨੇ ਕਿਹੜੀ ਹੈਲਪ ਕਰੀ ਆ ਉਹ ਵੀ ਮੈਂ ਇੱਥੇ ਲਿਖਿਆ ਹੋਇਆ, ਜਿੰਨਾ ਜ਼ਰੂਰੀ ਹੈ ਬਸ ਇੰਨਾ ਆਪਣਾ ਹੋ ਜਾਏਗਾ। ਕਾਕਰਪਾਰ ਜਾਂ ਖਾਕਰਪਾਰੀ ਨੂੰ ਬੋਲਿਆ ਜਾਂਦਾ ਹੈ, ਕਾਕਰਪਾਰ, ਇਹ ਹੈਗਾ ਗੁਜਰਾਤ ਦੇ ਵਿੱਚ, ਠੀਕ ਹੈ। ਕਲਪੱਕਮ ਤਾਮਿਲਨਾਡੂ ਦੇ ਵਿੱਚ, ਨਰੋਰਾ ਉੱਤਰ ਪ੍ਰਦੇਸ਼ ਦੇ, ਠੀਕ ਹੈ। ਕਾਇਗਾ ਕਰਨਾਟਕ ਦੇ ਵਿੱਚ, ਤਾਰਾਪੁਰ ਬਹੁਤ ਇੰਪੋਰਟੈਂਟ ਹੈ, ਤਾਰਾਪੁਰ ਮਹਾਰਾਸ਼ਟਰ ਦੇ ਵਿੱਚ ਹੈ, USA ਦੀ ਹੈਲਪ ਨਾਲ ਬਣਿਆ ਸੀਗਾ। ਜੈਤਪੁਰ ਮਹਾਰਾਸ਼ਟਰ ਦੇ ਵਿੱਚ ਹੈ, ਫਰਾਂਸ ਦੀ ਹੈਲਪ ਨਾਲ।
ਕੁੰਡਲਕੁਲਮ, ਇਹ ਦੇਖੋ ਇਹ ਵਾਲਾ ਹੈ ਜਿਹੜਾ ਪੁੱਛਿਆ ਹੋਇਆ ਕੁਐਸਚਨ ਹੈ। ਤਾਮਿਲਨਾਡੂ ਰਸ਼ੀਆ ਦੀ ਹੈਲਪ ਨਾਲ। ਚੁਟਕਾ मध्य प्रदेश। गोरखपुर बहुत इंपॉर्टेंट है हरियाणा। ठीक है, इनू नॉर्थ इंडिया का पहला न्यूक्लियर पावर प्लांट भी बोल रहे हैं, नॉर्थ इंडिया का। हालांकि नरोरा वाला भी चलो नॉर्थ इंडिया च आंदा है, अद्धे इन्हां दे विच तां बने भी नहीं, मैं तुहानूं दसां। ठीक है, जिहड़े प्रॉपर गोरखपुर मैं लिखता इत्थे, बट हाले इह कागजां दे विच ही है, जमीन ते नहीं हैगा। ठीक है, भीमपुर मध्य प्रदेश दे विच। रावत भाटा राजस्थान है, कैनेडा की हैल्प नाल है। माही बांसवाड़ा राजस्थान। हरीपुर वैस्ट बंगाल। मीठी वर्दी गुजरात। कोवड़ा आंध्र प्रदेश। ये 15 हैगे हैं बई, याद रख लियो, बहुत बहुत ज़्यादा इंपॉर्टेंट हैगे। अंडरस्टैंड पक्का? ठीक है, याद कर लोगे ना? हाँ, याद रखने। ये जरूरी नहीं है टैक्नोलॉजी वाले पेपर च पूछे जाण, ये उदा भी स्टैटिक के भी क्वेश्चन हैगे। समझो ना गल नूं, स्टैटिक दे विच भी पूछे जा सकते हैं, जरूरी नहीं कि टैक्नोलॉजी का ही पार्ट है। हाँ जी, इसरो ने सिੱਖਿਆ ਨੂੰ ਸਮਰਪਿਤ ਦੁਨੀਆ ਦਾ ਪਹਿਲਾ ਸੈਟੇਲਾਈਟ ਲਾਂਚ ਕਰਿਆ ਸੀਗਾ। ਠੀਕ ਹੈ, ਆਪਣੀ इसरो, ਆਪਣੀ ਦੇਸ਼ ਦੀ ਸਪੇਸ ਏਜੰਸੀ इसरो ਨੇ ਐਜੂਕੇਸ਼ਨ ਨੂੰ ਸਮਰਪਿਤ ਦੁਨੀਆ ਦਾ ਪਹਿਲਾ ਸੈਟੇਲਾਈਟ ਲਾਂਚ ਕਰਿਆ ਸੀਗਾ ਜੀ, ਐਡੂਸੈਟ। ਸੁਪਰ ਇੰਪੋਰਟੈਂਟ ਹੈ, ਕਈ ਵਾਰ ਤਾਂ ਨਾ ਹੀ ਸਿੱਧਾ ਆ ਜਾਂਦਾ ਹੈ ਕਿ ਦੁਨੀਆ ਦਾ ਪਹਿਲਾ ਸੈਟੇਲਾਈਟ ਜਿਹੜਾ ਐਜੂਕੇਸ਼ਨ ਨੂੰ ਸਮਰਪਿਤ ਹੈ, ਉਹਦਾ ਨਾਂ ਕੀ ਹੈ? ਐਡੂਸੈਟ। ਠੀਕ ਹੈ, ਜੀ-ਸੈਟ 3 ਵੀ ਇਹਨੂੰ ਬੋਲਦੇ ਆ, ਜੀ-ਸੈਟ 3। ठीक है, जी-सैट 3 भी इनू कहा जाता है। ये दुनिया का पहला एजुकेशन वाला सैटेलाइट सीगा जिहड़ा इसरो ने लॉन्च कराया सितंबर 2004 ਦੇ ਵਿੱਚ। कद लॉन्च कराया? सितंबर 2004। अंडरस्टैंड? चलो जी, इंदिरा गांधी परमाणु खोज केंद्र कित्थे है? तो बहुत जे इंस्टीट्यूट हैगे हैं जिहड़े टैक्नोलॉजी दे नाल रिलेटेड है, हौली हौली करके मैं तुहानूं सारे याद करा दूंगा। ठीक है, क्योंकि उन्होंने हैडकुआटर पूछे जाते हैं, तो ये जरूरी नहीं टैक्नोलॉजी के भी पूछे जाण, ये उदा स्टैटिक के भी पूछे जाते हैं। ठीक है, तो यह हैगा जी कलपक्कम। तो कलपक्कम कित्थे है? तमिलनाडु दे विच। कित्थे है? तमिलनाडु दे विच। ओके, चलो नैक्सट आओ जी। वीनस ग्रह की जांच करने वाले पहले रोबोट पुलाड़ यान का नाम की सी? तो रोबोटिक स्पेस क्राफ्ट भेजा गया सीगा, रोबोटिक स्पेस क्राफ्ट। ठीक है, वीनस यानी अपना जो दूजा ग्रह हैगा, पहले नंबर पर बुध है, दूजे ते शुक्र है, यानी वीनस। ठीक है, उसका नाम की सीगा? तो उसका नाम सीगा जी मैगलन। मैगलन। ठीक है, ये नासा ने भेजा सीगा, नासा स्पेस एजेंसी है अमेरिका की। जिवें इंडिया की इसरो है ना, इंडिया की केड़ी है? इसरो। इदा ही यूएसए की केड़ी है? देखो वैसे तो बहुत ही नैने वाला क्वेश्चन है, बट फिर भी मैनू ये है कि पता नहीं तुसीं पढ़िया कि नहीं पढ़िया, ये होगी है ना। इदा करके जापान की हैगी है जाक्सा। ये मैं तुहानूं कल मतलब नैक्सट वीडियो के विच मैं तुहानूं दुनिया की जिन्नी स्पेस एजेंसी हैगी मैं सारी करा दूंगा। ठीक है, नैक्सट, किस देश ने 2009 में ग्रीन हाउस गैसां के निकास की निगरानी वास्ते, ग्रीन हाउस गैसां की जांच वास्ते, मोनीटर करने वास्ते उन्होंने है ना एक दुनिया का पहला सैटेलाइट लॉन्च कराया? जिवें इंडिया ने पहला सैटेलाइट लॉन्च कराया दुनिया का एजुकेशन को समर्पित है, इदा ही 2009 के विच जापान ने कराया सीगा। जापान ने एक सैटेलाइट लॉन्च कराया सीगा जिहड़ा ग्रीन हाउस गैसां ते मोनीटर करता सीगा, निगरानी। हुण ग्रीन हाउस गैसां किहड़ियां? ग्रीन हाउस गैसां वो गैसां है, मैं तुहानूं सिंपल दस रहा। ठीक है, अजिही गैसां जिहड़ी सूरज तो आने वाली हीट नूं, ਜਦੋਂ ਉਹ ਹੀਟ ਜਾਂ ਰੇਡੀਏਸ਼ਨ ਹੈਗੀਆਂ ਧਰਤੀ ਨਾਲ ਕਿਤੇ ਵੀ ਧਰਤੀ ਦੇ ਉੱਤੇ ਟਕਰਾ ਕੇ ਵਾਪਸ ਜਦੋਂ ਜਾਂਦੀਆਂ ਨਾ ਇਨਵਾਇਰਨਮੈਂਟ ਦੇ ਵਿੱਚ ਆਪਣੇ ਹੁੰਦੀਆਂ ਐਟਮੋਸਫੇਅਰ ਦੇ ਵਿੱਚ, ਕੁਝ ਗੈਸਾਂ ਉਹਨੂੰ ਟਰੈਪ ਕਰ ਲੈਂਦੀਆਂ, ਰੋਕ ਲੈਂਦੀਆਂ। ਠੀਕ ਹੈ, ਜੇ ਉਹ ਹੀਟ ਧਰਤੀ ਦੇ ਇਨਵਾਇਰਨਮੈਂਟ, ਧਰਤੀ ਦੇ ਐਟਮੋਸਫੇਅਰ ਦੇ ਵਿੱਚ ਰੁਕੇਗੀ ਤਾਂ ਧਰਤੀ ਦੇ ਇਨਵਾਇਰਨਮੈਂਟ ਦਾ ਟੈਂਪਰੇਚਰ, ਐਟਮੋਸਫੇਅਰ ਦਾ ਟੈਂਪਰੇਚਰ बढ़ेगा ਵੀ, ਗਲੋਬਲ ਵਾਰਮਿੰਗ ਹੋਏਗੀ। ਸਮਝ ਰਹੇ ਹੋ ਨਾ? ਤਾਂ ਗਲੋਬਲ ਵਾਰਮਿੰਗ ਵਾਸਤੇ ਜ਼ਿੰਮੇਵਾਰ ਹੁੰਦੀਆਂ ਕੁਝ ਗੈਸਾਂ, ਜਿਵੇਂ ਕਾਰਬਨ ਡਾਈਆਕਸਾਈਡ ਹੈ। ठीक है, तो ये जिन्नी ज़्यादा इन्वायरमेंट दे विच होएगी, या NO2 हो गया, SO2 हो गया, ये जिन्नी ज़्यादा साडे इन्वायरमेंट दे विच होएगी उन्ना ज़्यादा टैंपरेचर बढ़ेगा, ग्लोबल वार्मिंग बढ़ेगी। ठीक है, ये हुंदी है ग्रीन हाउस गैस। ओके, तो ग्रीन हाउस गैस की बहुत एग्जाम्पल है, जिवें कुछ एग्जाम्पल मैं तुहानूं इत्थे लिख भी दा, कई बार आ जाता है, साइंस का क्वेश्चन है वैसे। तो ग्रीन हाउस गैस कार्बन डाइऑक्साइड, SO2 सल्फर डाइऑक्साइड, NOx या NO2 ये नाइट्रोजन के ऑक्साइड होंगे हैं। ठीक है, ये हैगी है ओजोन भी, ओजोन O3। हालांकि ओजोन जे स्टैटोस्फेयर ਦੇ ਵਿੱਚ ਮਿਲਦੀ ਹੈ ਤਾਂ ਵਧੀਆ ਹੈ, ਜੇ ਧਰਤੀ ਦੇ ਜਿੱਥੇ ਆਪਾਂ ਰਹਿ ਰਹੇ ਹਾਂ ट्रोपोस्फेयर ਦੇ ਵਿੱਚ, देखो अपने एटमोसफेयर ਦੇ ਵਿੱਚ ਪਰਤਾਂ ਹੈਗੀਆਂ ਨਾ, ਜਿਹੜੀ ਪਰਤ ਦੇ ਵਿੱਚ ਆਪਾਂ ਰਹਿੰਦੇ ਆ, ਸਾਹ ਲੈਂਦੇ ਆ, ਇਹ ट्रोपोस्फेयर ਹੈ। ਆਪਣੇ ਐਟਮੋਸਫੇਅਰ ਦੀ ਕਿਹੜੀ ਪਰਤ ਹੈ? ट्रोपोस्फेयर। ਤਾਂ ट्रोपोस्फेयर ਦੇ ਵਿੱਚ ਜੇ ਓਜ਼ੋਨ ਮਿਲਦੀ ਹੈ ਤਾਂ ਗਲਤ ਹੈ। ਠੀਕ ਹੈ, ਤਾਂ ਇਹ ਵੀ ਸਾਰੀ ਗ੍ਰੀਨ ਹਾਊਸ ਗੈਸਾਂ ਹੈ। ਓਕੇ, ਬਾਕੀ ਸਾਇੰਸ ਦੇ ਵਿੱਚ ਆਪਾਂ ਕਰਾਂਗੇ ਇਹਨੂੰ, ਟੈਕਨੋਲੋਜੀ ਦੇ ਵਿੱਚ ਨਹੀਂ। PSLV ਫੁੱਲ ਫਾਰਮ, PSLV ਇਹ ਹੁੰਦਾ ਜੀ PSLV
ਜਿਹੜਾ ਆਪਣਾ ਸੈਟੇਲਾਈਟ ਵਗੈਰਾ ਆਪਾਂ ਲਾਂਚ ਕਰਦੇ ਹਾਂ, ਠੀਕ ਹੈ, ਸੈਟੇਲਾਈਟ ਵਗੈਰਾ ਲਾਂਚ ਕਰਦੇ ਹਾਂ, ਇਹ ਤਾਂ ਹੈ ਨਹੀਂ ਕਿ ਉਹਨਾਂ ਨੂੰ ਬਸ ਇੱਥੋਂ ਰੱਖਤਾ ਕਿ ਜਾਓ ਵੀ ਹਨਾ, ਸੈਟੇਲਾਈਟ ਜਾਓ ਸਿੱਧਾ ਸਪੇਸ ਦੇ ਵਿੱਚ ਜਾਓ, ਉਹਨਾਂ ਨੂੰ ਇੱਥੋਂ ਰੋਕਟ ਲੈ ਕੇ ਉੱਡਦਾ ਇੱਕ, ਠੀਕ ਹੈ, ਇਹ ਦੇਖੋ ਇਹ ਰੋਕਟ ਹੈਗਾ ਆ, ਇਹ ਲੈ ਕੇ ਉੱਡਦਾ, ਇੱਕ ਤਰ੍ਹਾਂ ਦੇ ਮਿਸਾਈਲ ਵਰਗਾ ਹੀ ਹੁੰਦਾ ਬਸ, ਠੀਕ ਹੈ। ਇਹਦੇ ਵਿੱਚ ਨਾ ਇੱਥੇ ਰੱਖਿਆ ਹੁੰਦਾ ਹੈ ਜੋ ਵੀ ਆਪਾਂ ਨੇ ਸਪੇਸ ਦੇ ਵਿੱਚ ਭੇਜਣੀ ਹੈ ਚੀਜ਼, ਜੋ ਵੀ ਚੀਜ਼ ਆਪਾਂ ਨੇ ਸਪੇਸ ਦੇ ਵਿੱਚ ਭੇਜਣੀ ਹੈ ਇੱਥੇ ਰੱਖੀ ਹੁੰਦੀ ਹੈ। ਕੋਈ ਮੰਨ ਲਓ ਚੰਦਰਯਾਨ ਵਾਸਤੇ ਕੁਝ ਭੇਜਣਾ ਹੈ, ਚੰਦਰਮਾ ਵਾਸਤੇ ਤਾਂ ਚੰਦਰਯਾਨ ਵਗੈਰਾ ਗਏ ਹੈ, ਕੋਈ ਕੁਝ ਵੀ ਭੇਜਣਾ ਹੈ, ਮੰਗਲ ਤੇ ਭੇਜਿਆ ਕੁਝ ਵੀ, ਸਭ ਕੁਝ ਇੱਥੇ ਰੱਖਿਆ ਹੁੰਦਾ ਹੈ। ਜੋ ਵੀ ਸੈਟੇਲਾਈਟ ਆਪਾਂ ਨੇ ਲਾਂਚ ਕਰਨੀ ਹੈ, ਜੋ ਵੀ ਸੈਟੇਲਾਈਟ ਲਾਂਚ ਕਰਨੀ ਹੈ ਆਪਾਂ ਇੱਥੇ ਹੀ ਰੱਖਦੇ ਹਾਂ। ਇਹ ਹੈਗਾ ਆ PSLV, ਯਾਨੀ ਪੋਲਰ ਸੈਟੇਲਾਈਟ ਲਾਂਚ ਵਹੀਕਲ, ਪੋਲਰ ਸੈਟੇਲਾਈਟ ਲਾਂਚ ਵਹੀਕਲ, ਪੋਲਰ ਸੈਟੇਲਾਈਟ ਲਾਂਚ ਵਹੀਕਲ। ਲਾਂਚ ਵਹੀਕਲ ਮਤਲਬ ਵਾਹਨ ਹੋ ਗਿਆ ਲਾਂਚ। ਆਪਾਂ ਨੇ ਕੋਈ ਸੈਟੇਲਾਈਟ ਲਾਂਚ ਕਰਨਾ ਹੈ ਤਾਂ ਆਪਾਂ ਇਹਦੇ ਥਰੂ ਕਰਾਂਗੇ, ਇਹਨੂੰ ਆਪਾਂ PSLV ਬੋਲਦੇ ਆ। ਬਹੁਤ ਤਰ੍ਹਾਂ ਦੇ ਹੁੰਦੇ ਆ PSLV 3 2 ਵਾਧੂ ਹੈ, ਸਪੇਸ ਟੈਕਨੋਲੋਜੀ 'ਚ ਮੈਂ ਕਰਾਏ ਆ, ਤੁਹਾਨੂੰ ਬਾਕੀ ਮੈਂ ਕਰਾ ਦੂੰਗਾ ਇਸੇ ਕਲਾਸ ਦੇ ਵਿੱਚ, ਮਤਲਬ ਇਸੇ ਸੀਰੀਜ਼ ਦੇ ਵਿੱਚ ਮੈਂ ਤੁਹਾਨੂੰ ਕਰਾ ਦੂੰਗਾ ਹੋਰ PSLV। ਫਿਲਹਾਲ ਤੁਸੀਂ ਯਾਦ ਕੀ ਰੱਖੋਗੇ, PSLV ਕੀ ਹੈ? PSLV ਰੋਕੇਟ ਹੁੰਦੇ ਆ ਬਈ ਜਿਹੜੇ ਇਹ ਸੈਟੇਲਾਈਟ ਲੈ ਕੇ ਜਾਂਦੇ ਆ। ਇੱਕ GSLV ਵੀ ਹੁੰਦੇ ਆ। ਇਹ ਸਾਰਾ ਕੁਝ ਸੈਟੇਲਾਈਟ ਦੇ ਉੱਤੇ ਡਿਪੈਂਡ ਕਰਦਾ ਹੈ। ਜੇ ਆਪਾਂ ਨੇ ਪੋਲਰ ਸੈਟੇਲਾਈਟ ਭੇਜਣਾ ਤਾਂ PSLV, ਜਾਂ ਜੀਓ ਸਟੇਸ਼ਨਰੀ ਸੈਟੇਲਾਈਟ ਭੇਜਣਾ ਤਾਂ GSLV, ਸੇਮ ਉਹੀ ਹੈ, ਜੀਓ ਸਟੇਸ਼ਨਰੀ ਸੈਟੇਲਾਈਟ ਲਾਂਚ ਵਹੀਕਲ, ਠੀਕ ਹੈ। ਤੇ ਪੜਾਂਗੇ ਇਹਨੂੰ ਵੀ, ਇਹਦੇ ਬਾਰੇ ਬਸ ਇੰਨਾ ਕੁ ਯਾਦ ਰੱਖੋ ਫਿਲਹਾਲ। ਨੈਕਸਟ ਹੈ ਜੀ ਸਾਹਾ ਇੰਸਟੀਚਿਊਟ ਆਫ ਨਿਊਕਲੀਅਰ ਫਿਜ਼ਿਕਸ ਕਿੱਥੇ ਹੈ? ਸਾਹਾ ਇੰਸਟੀਚਿਊਟ ਤਾਂ ਇਹ ਹੈਗਾ ਬਿਧਾਨਪੁਰ, ਕਲਕੱਤਾ, ਬੰਗਾਲ। ਬਿਧਾਨਪੁਰ, ਕਲਕੱਤਾ, ਬੰਗਾਲ, ਠੀਕ ਹੈ। ਓਕੇ, ਇਸ ਤੋਂ ਅੱਗੇ ਚਲੋ ਪਹਿਲਾਂ ਇਹ ਦੇਖੋ ਬਈ, ਇੱਕ ਤਾਂ ਬਈ ਵੀਡੀਓ ਕਿਹੋ ਜੀ ਲੱਗ ਰਹੀ ਹੈ, ਇੱਕ ਕਮੈਂਟ ਕਰਨਾ ਹੈ, ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਇੰਪੋਰਟੈਂਟ ਹੈ। ਆਪਾਂ ਕਹਿੰਦੇ ਨਹੀਂ ਬਟ ਫਿਰ ਵੀ ਯਾਰ ਥੋੜੀ ਸਪੋਰਟ ਤਾਂ ਚਾਹੀਦੀ ਹੁੰਦੀ ਹੈ, ਤਾਂ ਕਰ ਦਿਆ ਕਰੋ, ਠੀਕ ਹੈ, ਬਿਨਾਂ ਕਹੇ। ਸੰਡੇ ਜਦੋਂ ਤੱਕ ਤੁਹਾਡਾ ਕਨਸਟੇਬਲ ਦਾ ਐਗਜ਼ਾਮ ਨਹੀਂ ਹੁੰਦਾ, ਐਵਰੀ ਸੰਡੇ ਫ੍ਰੀ ਟੈਸਟ ਹੁੰਦਾ ਹੈ ਬਈ, ਬਸ ਉਸ ਦਿਨ ਨਹੀਂ ਹੁੰਦਾ, ਇਹ ਧਿਆਨ ਰੱਖੋ। ਜਿਸ ਦਿਨ ਕੋਈ ਪੇਪਰ ਹੁੰਦਾ ਹੈ, ਮੰਨ ਲਓ ਕੱਲ ਪਟਵਾਰੀ ਦਾ ਪੇਪਰ ਸੀਗਾ, ਤਾਂ ਕਈ ਬੱਚਿਆਂ ਨੇ ਕੱਲ ਵੀ ਮੈਸੇਜ ਕਰਿਆ ਕਿ ਸਰ ਟੈਸਟ ਨਹੀਂ ਆਇਆ, ਤਾਂ ਅੱਧੀ ਤੋਂ ਜ਼ਿਆਦਾ ਜਨਤਾ ਦਾ ਪਟਵਾਰੀ ਦਾ ਪੇਪਰ ਦੇਣ ਗਈ ਹੋਈ ਸੀ, ਤਾਂ ਕਰਕੇ ਆਪਾਂ ਨੇ ਨਹੀਂ ਪਾਇਆ। ਹਰ ਸੰਡੇ ਫ੍ਰੀ ਟੈਸਟ ਹੁੰਦਾ ਹੈ, ਐਪ ਡਾਊਨਲੋਡ ਕਰ ਲਓ, ਪ੍ਰਤਾਪ ਅਕੈਡਮੀ, ਠੀਕ ਹੈ। ਪਲੇ ਸਟੋਰ ਤੇ ਵੀ ਹੈਗੀ ਹੈ, ਪ੍ਰਤਾਪ ਅਕੈਡਮੀ ਲਿਖ ਕੇ ਸਰਚ ਕਰੋਗੇ ਮਿਲ ਜੇਗੀ। ਆਈਫੋਨ ਵਾਲਿਆਂ ਵਾਸਤੇ ਵੀ ਹੈਗੀ ਹੈ, ਮਾਈ ਇੰਸਟੀਚਿਊਟ, ਇਹ ਲੋਗੋ ਹੈ, ਇਹ ਮਿਲ ਜੇਗਾ ਵੀ, ਠੀਕ ਹੈ। ਕੋਡ ਮੰਗਦਾ ਤਾਂ ਇਹ ਕੋਡ ਫਿਲ ਕਰ ਦਿਓ, ਧਿਆਨ ਨਾਲ ਨੋਟ ਕਰ ਲਓ, ਠੀਕ ਹੈ। ਕਲਾਸਾਂ ਦੇ ਲਿੰਕ ਤੁਹਾਨੂੰ ਟੈਲੀਗ੍ਰਾਮ ਚੈਨਲ ਹੈ ਜੀ ਪ੍ਰਤਾਪ ਅਕੈਡਮੀ ਦੇ ਨਾਂ ਤੋਂ, ਉੱਥੇ ਮਿਲਣਗੇ। ਇਹ 2 ਨੰਬਰ ਅਕੈਡਮੀ ਵਾਲਿਆਂ ਦੇ ਹੈਗੇ ਆ, ਕੰਟੈਕਟ ਕਰ ਸਕਦੇ ਹੋ ਉਹਨਾਂ ਨਾਲ, ਕੋਈ ਵੀ ਡਾਊਟ ਕੁਐਰੀ ਕੁਛ ਹੈਗੀ ਹੈ, ਠੀਕ ਹੈ। ਮੇਰੇ ਨਾਲ ਇੱਥੇ ਕਨੈਕਟ ਕਰ ਸਕਦੇ ਹੋ ਤੁਸੀਂ। ਇਹ ਮੇਰਾ ਇੰਸਟਾਗ੍ਰਾਮ ਅਕਾਊਂਟ ਹੈ, ਠੀਕ ਹੈ, ਇਹ ਮੇਰਾ ਟੈਲੀਗ੍ਰਾਮ ਚੈਨਲ ਹੈ ਜੀ, ਠੀਕ ਹੈ, ਇੱਥੇ ਜੁੜ ਸਕਦੇ ਹੋ ਮੇਰੇ ਨਾਲ। ਬਾਕੀ ਐਪ ਦੇ ਉੱਤੇ ਅਲੱਗ-ਅਲੱਗ ਪੰਜਾਬ, ਦੇਖੋ ਪਟਵਾਰੀ ਤਾਂ ਗਿਆ ਹੁਣ, ਚਲੋ ਪਟਵਾਰੀ ਦਾ ਪੇਪਰ ਤਾਂ ਹੋ ਗਿਆ। ਪੰਜਾਬ ਪੁਲਿਸ 2023 ਤਿਆਰੀ ਕਰਨੀ ਹੈ ਤਾਂ ਇਹ ਬੈਚ ਹੈਗਾ ਜੀ, ਬਹੁਤ ਵਧੀਆ ਹੈ, ਇਹਦੇ ਨਾਲ ਜੁੜ ਸਕਦੇ ਹੋ। ਪੰਜਾਬ GK, ਵੈਸੇ ਤਾਂ ਮੈਂ ਸਾਰੀ ਪੰਜਾਬ GK ਤੁਹਾਨੂੰ YouTube ਤੇ ਕਰਾਈ ਦਿੱਤੀ ਹੈ, ਇਹ ਕਲਾਸਾਂ ਸੇਮ ਇਹਦੇ 'ਚ ਹੈਗੀਆਂ। ਜੇ PDF ਚਾਹੀਦੀ ਹੈ ਤਾਂ ਇਹ ਹੈਗਾ ਜੀ ਬੈਚ, ਠੀਕ ਹੈ। ਓਕੇ, ਹਿਸਟਰੀ ਦਾ ਵੀ ਹੈਗਾ, ਕੱਲੀ ਪੋਲਿਟੀ ਦਾ ਬੈਚ ਵੀ ਹੈਗਾ, ਪੰਜਾਬ ਪੁਲਿਸ ਵਾਸਤੇ ਮੌਕ ਟੈਸਟ ਹੈ, ਤੇ ਸਭ ਤੋਂ ਮੇਨ ਆਪਣਾ ਹੈਗਾ ਜੀ ਮੈਥ ਮੈਜਿਕ। ਪੇਪਰ ਦੇ ਵਿੱਚ ਮੈਜਿਕ ਹੁੰਦਾ, ਮੈਜਿਕ ਕੀ ਹੁੰਦਾ ਹੈ? ਡਾਇਰੈਕਟ ਕੁਐਸਚਨ। ਸਾਡੇ ਬੈਚ ਚੋਂ, ਸਾਡੀ ਸ਼ੀਟਾਂ ਤੋਂ ਡਾਇਰੈਕਟ ਕੁਐਸਚਨ ਤੁਹਾਨੂੰ ਪੇਪਰ 'ਚ ਦੇਖਣ ਨੂੰ ਮਿਲਦੇ ਆ, ਠੀਕ ਹੈ। ਤੇ ਮੈਨੂੰ ਵੀ ਮਤਲਬ ਜ਼ਿਆਦਾਤਰ ਮੈਸੇਜ WhatsApp ਤੇ ਜਾਂ Instagram ਤੇ ਤੁਹਾਡੇ ਇਹੀ ਹੁੰਦੇ ਆ ਕਿ ਸਰ ਮੈਥ ਮੇਰਾ ਬਹੁਤ ਖਤਮ ਹੈ ਜੀ, ਬਹੁਤ ਜ਼ੀਰੋ ਹੈ, ਤਾਂ ਟੈਨਸ਼ਨ ਲੈਣ ਦੀ ਕੋਈ ਲੋੜ ਹੈਗੀ ਨਹੀਂ। ਮੈਥ ਦੇ ਮੈਜੀਸ਼ੀਅਨ ਆਪਾਂ ਇਹਨਾਂ ਨੂੰ ਬੋਲਦੇ ਆ, ਠੀਕ ਹੈ। ਦੀਪ ਸਰ ਨੇ ਜਿੰਨੀ ਵੀ ਕਲਾਸਾਂ ਕਰਾਈ ਹੋਈਆਂ, ਠੀਕ ਹੈ, ਉਹ ਕਰਨੀ ਹੈ ਬਸ ਤੁਸੀਂ, ਉਸ ਤੋਂ ਇਲਾਵਾ ਕੁਝ ਵੀ ਕਰਨੀ, ਕੋਈ ਬੁੱਕ ਵੀ ਫੋਲੋ ਕਰਨ ਦੀ ਲੋੜ ਨਹੀਂ। ਜਿਹੜੇ ਕੁਐਸਚਨ ਇਹ ਕਰਾ ਰਹੇ ਆ ਬਸ ਉਹ ਕੁਐਸਚਨ ਕਰੋ, ਤੁਹਾਨੂੰ ਪੇਪਰ 'ਚ ਉਹੀ ਕੁਐਸਚਨ ਡਾਇਰੈਕਟ ਮਿਲਣਗੇ। YouTube ਦੇ ਉੱਤੇ ਜਾਓ, ਚੈਨਲ ਨੂੰ ਸਬਸਕ੍ਰਾਈਬ ਕਰਕੇ ਦੇਖੋ, ਸਾਰੇ ਚੈਪਟਰਾਂ ਦੀ ਪਲੇਲਿਸਟਾਂ ਮਿਲਣਗੀਆਂ, ਉਹ ਚੈਪਟਰ ਤੁਸੀਂ ਦੇਖੋ, ਪੜ੍ਹੋ, ਬਸ ਉਹੀ ਬਹੁਤ ਹੈ। ਜੇ ਬੈਚ ਨਾਲ ਜੁੜਨਾ ਹੈ ਮੈਥ ਵਾਲੇ ਨਾਲ ਤਾਂ ਇੱਕ ਕੂਪਨ ਯੂਜ਼ ਕਰ ਲਿਓ, ASR 30 ਤੁਹਾਨੂੰ ਇਹ ਬੈਚ ਦੀ ਫੀਸ ਜਮੀ ਘਟ ਜੇਗੀ, 6 ਮਹੀਨੇ ਦੀ ਫੀਸ ਤੁਹਾਨੂੰ 1000 ਰੁਪਏ ਰਹਿ ਜੇਗੀ, ਠੀਕ ਹੈ, ਬਹੁਤ ਵਧੀਆ ਹੈ, ਠੀਕ ਹੈ। ਤੇ ਇਨਫ ਹੈ ਨਾ, ਬਾਕੀ ਵੀਡੀਓ ਨੂੰ ਨੈਕਸਟ ਵੀਡੀਓ ਦੇਖਦੇ ਹਾਂ ਆਪਾਂ, 1-2 ਦਿਨ ਤੱਕ ਮੈਂ ਲੈ ਕੇ ਆਉਂਗਾ ਸਾਇੰਸ ਐਂਡ ਟੈਕਨੋਲੋਜੀ ਦੀ, ਬਟ ਸਾਰਾ ਕੁਝ ਤੁਹਾਡੇ ਰਿਸਪੌਂਸ ਤੇ ਡਿਪੈਂਡ ਕਰਦਾ ਹੈ। ਜੇ ਤੁਹਾਨੂੰ ਸਾਇੰਸ ਐਂਡ ਟੈਕਨੋਲੋਜੀ ਪੜ੍ਹਨੀ ਹੈ ਤਾਂ ਵਧੀਆ ਆਪਣਾ ਰਿਸਪੌਂਸ ਦਿਓ, ਥੱਲੇ ਕਮੈਂਟ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ, ਠੀਕ ਹੈ। ਮੈਂ ਸਮਝ ਜੂਗਾ ਕਿ ਹਾਂ ਤੁਹਾਨੂੰ ਵਧੀਆ ਲੱਗੀ ਹੈ ਵੀਡੀਓ ਤੇ ਤੁਸੀਂ ਅੱਗੇ ਪੜ੍ਹਨਾ ਹੈ, ਠੀਕ ਹੈ। ਜੇ ਨਹੀਂ ਪੜ੍ਹਨੀ ਹੈ ਫਿਰ ਆਪਾਂ ਜਨਰਲ ਸਾਇੰਸ ਸਟਾਰਟ ਕਰ ਲਾਂਗੇ, ਠੀਕ ਹੈ, ਕਿਉਂਕਿ ਜ਼ਿਆਦਾਤਰ ਬੱਚੇ ਮੈਂ ਆਫਲਾਈਨ ਵੀ ਦੇਖਦਾ ਜਾਂ ਆਨਲਾਈਨ ਵੀ ਸਾਇੰਸ ਐਂਡ ਟੈਕਨੋਲੋਜੀ ਤੋਂ ਘਬਰਾਉਂਦੇ ਬਹੁਤ ਹੈ, ਠੀਕ ਹੈ। ਸਾਇੰਸ ਐਂਡ ਟੈਕਨੋਲੋਜੀ ਤੋਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ, ਬਹੁਤ ਇੰਟਰਸਟਿੰਗ ਸਬਜੈਕਟ ਹੈ, ਠੀਕ ਹੈ। ਆਪਾਂ ਬਿਲਕੁਲ ਇੰਟਰਸਟਿੰਗ ਤਰੀਕੇ ਨਾਲ ਪੜ੍ਹਾਂਗੇ ਅੱਗੇ ਹੋਰ ਵੀ, ਠੀਕ ਹੈ। ਤੇ ਆਪਾਂ ਮੇਨ ਟੌਪਿਕ ਹੀ ਕਰਾਂਗੇ, ਵੈਸੇ ਤਾਂ ਇਹਦਾ ਕੋਈ ਲਿਮਿਟ ਹੈ ਨਹੀਂ। ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਈ, ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਅੰਡਰਸਟੈਂਡ? ਓਕੇ, ਠੀਕ ਹੈ, ਥੈਂਕ ਯੂ। ਫਿਰ ਤੁਹਾਨੂੰ ਮਿਲਾਂਗੇ ਆਪਾਂ ਨੈਕਸਟ ਕਲਾਸ ਦੇ ਵਿੱਚ।